ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅਗੇਦਾ ਸਾਹਿਬ ਵੈਰੀ ਗੁੱਡ ਮਾਰਨਿੰਗ, ਤੁਹਾਡੇ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵੀ ਧੰਨਵਾਦ। ਕੀ ਹਾਲ ਚਾਲ, ਠੀਕ ਠਾਕ ਹੋ? ਹਾਂ ਬੜਾ ਵਧੀਆ ਚਾਵਲਾ ਸਾਹਿਬ, ਬਹੁਤ ਵਧੀਆ ਚਾਵਲਾ ਸਾਹਿਬ, ਸ਼ੁਕਰ ਹੈ। ਵੱਖ-ਵੱਖ ਤਰ੍ਹਾਂ ਦੇ ਮੈਂ ਹੁਣ ਸ਼ੁਕਰਗੁਜ਼ਾਰ ਹਾਂ ਕਿ ਸੋਸ਼ਲ ਨੈਟਵਰਕ ਮੀਡੀਆ ਦੇ ਵਿੱਚ ਜਦੋਂ ਝਾਤੀ ਮਾਰੀ ਦੀ ਹੈ ਖਬਰਾਂ ਪ੍ਰੋਗਰਾਮ ਤਿਆਰ ਕਰਨ ਵਾਸਤੇ, ਰਾਤ ਦਾ 4 ਘੰਟੇ ਵਾਸਤੇ, ਸਵੇਰ ਦਾ ਕੁਝ ਤਿਆਰੀ ਕਰਨ ਲਈ ਬੈਠੀ ਦਾ, ਤੇ ਹੁਣ ਕੁਝ ਲੋਕ ਸਿਰ ਜੋੜ ਕੇ ਗੱਲ ਕਰ ਲੱਗ ਪਏ ਨੇ ਕਿ ਮੀਡੀਆ ਆਪਣਾ ਫਰਜ਼ ਨਹੀਂ ਨਿਭਾ ਰਿਹਾ, ਮੀਡੀਆ ਆਪਣਾ ਤੋਰੀ ਫੁਲਕਾ ਚਾਲੂ ਰੱਖਣ ਵਾਸਤੇ ਉਹਨਾਂ ਗੱਲਾਂ ਨੂੰ ਹੀ ਕਰ ਰਿਹਾ ਜਿਹੜਾ ਅਮਰਿੰਦਰ ਕਹਿ ਰਿਹਾ, ਜਿਵੇਂ ਕੇਜਰੀਵਾਲ ਕਨਫਿਊਜ਼ ਹੈ, ਆਮ ਆਦਮੀ ਚੰਨੀ ਬੇਅਕਲ ਆਦਮੀ ਹੈ, ਰਾਹੁਲ ਗਾਂਧੀ ਦਾ ਵਕਤ ਵੀ ਆਵੇਗਾ, ਕੁਝ ਸਮਥਿੰਗ ਲਾਈਕ ਇੱਦਾਂ ਦੀਆਂ ਗੱਲਾਂ। ਮੈਂ ਉਹਦੀ ਧੌਣ ਤੇ ਗੋਡਾ ਰੱਖ ਦੂੰਗਾ, ਮੈਂ ਆਹ ਕਰ ਦੂੰਗਾ। ਚੰਨੀ ਦੇ ਨਾਲ ਆ ਗਿਆ ਜੀ ਸਿੱਧੂ ਨੇ ਮਜੀਠੀਏ ਨੂੰ ਕਹਿਤਾ, ਮਜੀਠੀਏ ਨੇ ਸਿੱਧੂ ਤੇ ਵਾਰ ਕਰਤਾ, ਸੁਖਬੀਰ ਬਾਦਲ ਨੇ ਕੁਝ ਬੇਤੁਕਾ ਜਿਹਾ ਬਿਆਨ ਦੇ ਦਿੱਤਾ, ਉਧਰ ਇਜ਼ਹਾਰ ਆਲਮ ਨੇ ਕੁਝ ਕਹਿਤਾ। ਇਹ ਕੋਈ ਮੁੱਦਿਆਂ ਦੀ ਹੈ ਕਿਸੇ ਨੂੰ? ਇਹ ਰਾਜਨੀਤਕ ਲੋਕ ਨੇ? ਇਹ ਸੂਬੇ ਦੇ ਵੈਲ ਵਿਸ਼ਰ ਹਨ ਕਿਸੇ ਵੀ ਸੂਬੇ ਦੇ, ਜਾਂ ਸਿਰਫ ਆਪਣੇ ਪਰਿਵਾਰ ਦੇ ਆਪਣੇ ਕੁੜੰਬੇ ਦੇ ਵੈਲ ਵਿਸ਼ਰ ਨੇ? ਕੀ ਕਹਿਣਾ ਚਾਹੋਗੇ? ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਚਾਵਲਾ ਸਾਹਿਬ ਪੰਜਾਬੀ ਦਾ ਹੈਗਾ ਜੀ। ਇਸ ਤੋਂ ਵੱਡਾ ਮੁੱਦਾ ਜੇਕਰ ਨਾ ਜੇ ਆਖੀਏ ਆਪਾਂ ਕਿ ਪੰਜਾਬੀ ਵਿਸਰ ਗਈ ਤਾਂ ਸਾਡੇ ਕੋਲ ਸਭ ਕੁਝ ਵਿਚਰ ਗਿਆ। ਇਹਨਾਂ ਲੋਕਾਂ ਨੇ ਪੰਜਾਬੀ ਦੇ ਮੁੱਦੇ ਨੂੰ ਇੰਨਾ ਵਸਾਰਿਆ ਹੈਗਾ ਪੰਜਾਬ ਦੇ ਵਿੱਚ ਕਿ ਗੱਲ ਹੀ ਨਹੀਂ, ਪੰਜਾਬੀ ਦੀ ਗੱਲ ਹੀ ਨਹੀਂ ਕਰ ਰਿਹਾ ਕੋਈ। ਇੱਥੇ ਤੁਸੀਂ ਦੇਖੋ ਸਾਰੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਇੰਨੇ ਇਸ ਤਰੀਕੇ ਨਾਲ ਕਿ ਆਲ ਓਵਰ ਤੌਰ ਤੇ ਮੀਡੀਆ ਪੰਜਾਬੀ ਦੀ ਗੱਲ, ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਉੱਪਰ ਚੁੱਕਣ ਵਾਸਤੇ ਬਹੁਤਾ ਜ਼ੋਰ ਨਹੀਂ ਲਗਾ ਰਿਹਾ। ਬੜੀ ਖਤਰਨਾਕ ਗੱਲ ਹੈ। ਅਗਲੀ ਗੱਲ ਹੈ, ਪੰਜਾਬ ਦੇ ਵਿੱਚ ਲੋਕ ਸਥਾਨਕ ਮੁੱਦਿਆਂ ਵਿੱਚ ਉਲਝ ਕੇ ਰਹਿ ਗਏ ਆ, ਆਪਣੇ ਮੁੱਦਿਆਂ ਦੇ ਵਿੱਚ, ਤੇ ਉਹ ਉਲਝ ਕੇ ਰਹਿ ਗਏ ਆ। ਉਹਨਾਂ ਲੋਕਾਂ ਨੂੰ ਕੋਈ ਹੁਣ ਇੱਕ ਦਲਿਤ ਹੈਗੇ ਆ, ਦਲਿਤਾਂ ਦੀ ਤੁਸੀਂ ਗੱਲ ਕਰ ਲਓ ਤੇ ਉਹ ਕੀ ਕਰਦੇ ਆ ਕਿ ਆਪੋ ਆਪਣੇ ਤਰੀਕੇ ਦੇ ਨਾਲ ਕੋਈ ਆਤ ਧਰਮੀ ਹੈ ਜੀ, ਮਤਲਬ ਜਾਤਾਂ ਪਾਤਾਂ ਇੱਕੋ ਹੀ ਨੇ, ਕੋਈ ਆਤ ਧਰਮੀ ਬਣਾਏ, ਕੋਈ ਰਮਦਾਸੀਆ, ਕੋਈ ਰਵਿਦਾਸੀਆ, ਕੋਈ ਵਾਲਮੀਕੀ, ਕੋਈ ਮਜ਼੍ਹਬੀ, ਕੋਈ ਆਪਣੇ ਤਰੀਕੇ ਨਾਲ, ਕੋਈ ਮਹਾਸ਼ਾ ਬਣ ਗਿਆ, ਕੋਈ ਕੁਛ ਬਣ ਗਿਆ, ਤੇ ਬਣ ਗਏ। ਉਹਨਾਂ ਦੇ ਕੀ ਮੁੱਦੇ ਕੀ ਆ ਵੀ ਥੋੜਾ ਸ਼ਮਸ਼ਾਨ ਘਾਟ ਦਾ ਸਿਰ ਬਣਾ ਦਿਓ ਜੀ, ਸਾਡਾ ਤੁਸੀਂ ਜਿਹੜਾ ਹੈਗਾ ਨਾ ਜੀ ਇੱਕ ਧਰਮਸ਼ਾਲਾ ਵਾਸਤੇ ਗ੍ਰਾਂਟ ਦੇ ਦਿਓ ਜੀ, ਸਾਡਾ ਤੁਸੀਂ ਨਾ ਜੀ ਕਿਸੇ ਨੇ, ਮੈਂ ਦੇਖਦਾ ਪਿੰਡਾਂ ਦੇ ਸਰਵੇ ਜਿੰਨਾ ਮੈਂ ਕੀਤਾ ਜਾ ਕੇ, ਪਿੰਡਾਂ ਦੇ ਸਕੂਲਾਂ ਵਿੱਚ ਕਦੇ ਵੀ ਉਹਨਾਂ ਗਰੀਬ ਲੋਕਾਂ ਦੇ ਕਦੇ ਵੀ ਮਾਂ ਬਾਪਾਂ ਨੇ ਜਾ ਕੇ ਸਰਕਾਰੀ ਸਕੂਲ 'ਚ ਨਹੀਂ ਜਾ ਕੇ ਪੁੱਛਿਆ ਕਿ ਮੇਰਾ ਬੱਚਾ ਠੀਕ ਪੜ੍ਹ ਰਿਹਾ, ਕਿਉਂਕਿ ਉਹਨੂੰ ਪਤਾ ਕਿ 8ਵੀਂ ਤੱਕ ਇਹਨੇ ਪਾਸ ਹੋ ਹੀ ਜਾਣਾ, ਪਾਸ ਕਰ ਹੀ ਦੇਣਾ, ਨੀਂਹ ਖੋਖੜੀ ਰੱਖਤੀ। ਤਾਂ ਦੂਜੇ ਪਾਸੇ ਤੁਸੀਂ ਲੈ ਲਓ ਵੀ ਹੈਲਥ ਦਾ ਇਹ ਹਾਲ ਹੈ ਕਿ ਪੰਜਾਬ ਦੇ ਵਿੱਚ ਇੱਕ MLA ਸਰਕਾਰੀ ਹਸਪਤਾਲ ਵਿੱਚ, ਨਿਰਮਲ ਸਿੰਘ ਨਾਂ ਦਾ ਬੰਦਾ MLA ਸੀਗਾ, ਸਰਕਾਰੀ ਇੰਦਰਾ ਹਸਪਤਾਲ 'ਚ ਭਰਤੀ ਹੋਇਆ ਪਟਿਆਲੇ, ਉਸ ਦਾ ਸਹੀ ਯੋਗ ਇਲਾਜ ਨਹੀਂ ਹੋਇਆ ਤੇ ਉਸ ਨੂੰ ਉੱਥੇ ਭੱਜ ਕੇ ਜਾਨ ਬਚਾਉਣੀ ਪਈ। ਇਹ ਸਾਡੀ ਹੈਲਥ ਦਾ ਮੁੱਦਾ ਹੈਗਾ। ਕੋਈ ਵੀ ਐਜੂਕੇਸ਼ਨ ਤੇ ਹੈਲਥ ਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਅਗਲੀ ਗੱਲ ਆ ਗਈ ਤੁਹਾਡੀ, ਜੇ ਆਪਾਂ ਆਲ ਓਵਰ ਦੇਖਦੇ ਹਾਂ ਕਿ ਰੁਜ਼ਗਾਰ ਇੰਨਾ ਪੰਜਾਬ ਦੇ ਵਿੱਚ ਰੁਜ਼ਗਾਰ ਦਾ ਪੱਠਾ ਬੈਠ ਚੁੱਕਿਆ। ਮੁੱਦੇ ਦੀ ਗੱਲ ਹੀ ਆਪਣੇ, ਜਿਵੇਂ ਤੁਸੀਂ ਗੱਲ ਕੀਤੀਆਂ, ਆਪਣੇ ਹੀ ਤਰੀਕੇ ਨਾਲ, ਆਪਣੇ ਪਰਿਵਾਰ ਦੀਆਂ ਉੱਪਰ ਚੁੱਕਣ ਵਾਸਤੇ, ਰੋਹ ਰਸਮਾਂ ਉੱਪਰ ਚੱਕਣ ਵਾਸਤੇ ਪੰਜਾਬ ਦੇ ਮੁੱਦੇ ਏਦਾਂ ਪੈਦਾ ਹੋ ਰਹੇ ਨੇ, ਸਥਾਨਕ ਮੁੱਦੇ ਪੈਦਾ ਹੋ ਰਹੇ ਨੇ। ਅੱਜ ਮੇਰੀ ਕਿਸੇ ਪੱਤਰਕਾਰ ਨਾਲ ਗੱਲ ਹੋ ਰਹੀ ਸੀਗੀ, ਕਹਿੰਦਾ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਸਾਂਝਾ ਵੱਡਾ ਮੁੱਦਾ ਕਿਹੜਾ ਉੱਧਰ ਦੇ ਸਾਹਮਣੇ ਆ ਰਿਹਾ, ਕੋਈ ਮੁੱਦਾ ਨਹੀਂ, ਵੱਡਾ ਮੁੱਦਾ ਤਾਂ ਕੋਈ ਹੈ ਹੀ ਨਹੀਂ ਪੰਜਾਬ ਦੇ ਵਿੱਚ। ਦੱਸੋ ਪੰਜਾਬ 'ਚ ਕਿਹੜਾ ਮੁੱਦਾ ਉਭਾਰਿਆ ਜਾ ਰਿਹਾ? ਪੰਜਾਬ 'ਚ ਲੋਕਾਂ ਦੇ ਆਪਣੇ ਇੰਡੀਵਿਜੂਅਲ ਮੁੱਦੇ ਹੋ ਗਏ, ਖੇਤਰੀ ਮੁੱਦੇ ਹੋ ਗਏ, ਇੱਕ ਪਿੰਡ ਦਾ ਮੁੱਦਾ ਹੋ ਗਿਆ, ਖੇਤਰ ਦਾ ਮੁੱਦਾ ਹੋ ਗਿਆ, ਗਲੀਆਂ ਤੌਰ ਤੇ ਪੰਜਾਬ 'ਚ ਮੁੱਦਾ ਹੀ ਨਹੀਂ ਹੈਗਾ। ਗਲੀਆਂ ਦਾ ਮੁੱਦਾ ਹੋ ਗਿਆ, ਜਿਹੜਾ ਕਿ ਵੈਸੇ ਹੀ ਬਣਨਾ ਹੁੰਦਾ। ਨਾਲੀਆਂ ਦਾ ਮੁੱਦਾ ਹੋ ਗਿਆ, ਸਾਡੇ ਘਰ ਤੱਕ ਨਾਲੀ ਨਹੀਂ ਆਈ, ਸਾਡੇ ਘਰ ਤੱਕ ਜਿਹੜੀ ਗਲੀ ਪੱਕੀ ਨਹੀਂ ਹੋਈ। ਹਾਂਜੀ, ਮਤਲਬ ਲੀਡਰਾਂ ਨੂੰ ਘੇਰਨ ਵੀ ਲੱਗ ਪਏ ਨੇ ਲੋਕ, ਉੱਥੇ ਸਵਾਲ ਵੀ ਕਰਨ ਲੱਗ ਪਏ ਨੇ। ਲੀਡਰਾਂ ਦੇ ਜਿਹੜੇ ਉਹਨਾਂ ਦੇ ਸਪੋਰਟਰ ਹੁੰਦੇ ਨੇ, ਜਦੋਂ ਝੰਡੇ ਲਾਉਣ ਜਾਂਦੇ ਨੇ ਜਾਂ ਚੋਣ ਪ੍ਰਚਾਰ ਕਰਨ ਜਾਂਦੇ ਨੇ, ਬੀਬੀਆਂ ਸਵਾਲ ਕਰਦੀਆਂ ਨੇ, ਬੱਚੇ ਨਿੱਕੇ ਸਵਾਲ ਕਰਦੇ ਨੇ, ਜਿਹੜਾ ਕਿ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ। ਪਰੰਤੂ ਵਾਕਈ ਗੱਲ ਆ, ਅਸੀਂ ਵੀ ਉਸੇ ਹੀ ਕਤਾਰ ਦੇ ਵਿੱਚ ਹਾਂ, ਉਹਨਾਂ ਹੀ, ਮਤਲਬ ਜੇ ਮੈਂ ਲੈਫ ਕਹਿਦਾ ਕਿ ਅਸੀਂ ਵੀ ਉਹ ਅਕਿਰਤ ਘਣਾ ਦੀ ਲਿਸਟ ਦੇ ਵਿੱਚ ਹਾਂ, ਜਿਹੜੇ ਇਸ ਚੀਜ਼ ਨੂੰ ਲੈ ਕੇ ਟਸਕਰੇ ਲੈ ਕੇ ਸੁਣਦੇ ਨੇ, ਟਸਕਰੇ ਲੈ ਕੇ ਗੱਲ ਤੋਰਦੇ ਨੇ, ਟਸਕਰਾ ਹੀ ਕਰੀ ਜਾਂਦੇ ਨੇ। ਅਸੀਂ ਵੀ ਬਿਲਕੁਲ ਉਸੇ ਮੀਡੀਆ ਦੀ ਤਰ੍ਹਾਂ ਅਕਿਰਤ ਘਣ ਹੋਵਾਂਗੇ ਜੇ ਅਸੀਂ ਆਪਣਾ ਫਰਜ਼ ਨਹੀਂ ਨਿਭਾ ਰਹੇ। ਹਾਂ ਠੀਕ ਹੈ ਜੀ, ਮੁੱਦਿਆਂ ਦੀ ਗੱਲ ਕਿਹੜਾ ਲੀਡਰ ਕਰਦਾ? ਜਿਹੜਾ ਨੇਤਾ ਮੁੱਦਿਆਂ ਦੀ ਗੱਲ ਕਰਦਾ, ਅੱਜ ਸਮਾਂ ਹੈ ਉਹਦੇ ਨਾਲ ਖੜਨ ਦਾ, ਉਹਦੀ ਗੱਲ ਸੁਣਦਾ ਤੇ ਉਹਦੇ ਨਾਲ ਇੰਟਰਵਿਊ ਕਰਕੇ ਤੇ ਆਪਣੇ ਲੋਕਾਂ ਤੱਕ ਪਹੁੰਚਾਉਣਾ ਵੀ ਆਹ ਨੇਤਾ ਸਾਨੂੰ ਲੱਗਦਾ ਮੁੱਦਿਆਂ ਦੀ ਗੱਲ ਕਰਦਾ।
ਬਾਕੀ ਕਿਹਦੀ ਧੌਣ ਤੇ ਗੋਡਾ ਰੱਖਣਾ, ਕਿੰਨੇ ਵੋਟ ਪਾਉਣੀ ਆ, ਕਿੰਨੇ ਨਹੀਂ ਪਾਉਣੀ, ਹਾਂਜੀ ਉਹ ਆਪਾਂ ਖੁੰਡੇ ਵਾਲੀ ਗੱਲ ਸੁਣ ਹੀ ਲਈ ਸੀ। ਕਿੰਨੇ ਟਸਕਰੇ ਲਾਉਂਦੇ ਸੀ ਵੀ ਆ ਗਿਆ ਅਕਾਲੀਆਂ ਨੂੰ ਖੁੰਡਾ ਫੇਰਨ ਵਾਲਾ, ਉਹੀ ਖੁੰਡਾ ਮੁੜ ਕੇ ਲੱਭਾ ਹੀ ਨਹੀਂ। ਸੋ ਇਹਨਾਂ ਚੀਜ਼ਾਂ 'ਚ ਚਿੱਟਾ ਹੁਣ ਤੇ ਅੱਜ ਮਨਪ੍ਰੀਤ ਬਾਦਲ ਵੀ ਮੰਨ ਗਿਆ ਕਿ ਮੇਰੇ ਪਿੰਡ 'ਚ ਵੀ ਆ ਗਿਆ ਚਿੱਟਾ। ਆਹੋ, ਜੇ ਤੁਸੀਂ ਏਡੇ ਉੱਚੇ ਅਹੁਦੇ ਤੇ ਰਹਿ ਕੇ ਤੁਸੀਂ ਆ ਮੰਨਦੇ ਹੋ ਕਿ ਮੇਰੇ ਪਿੰਡ 'ਚ ਚਿੱਟਾ ਆ ਗਿਆ, ਤੇ ਤੁਸੀਂ ਬਾਕੀ ਪਿੰਡ ਤੁਹਾਡੇ ਪਿੰਡਾਂ ਵਰਗੇ ਹੀ ਨੇ, ਬਾਕੀ ਪਿੰਡਾਂ ਦੇ ਵਿੱਚ ਵੀ ਤੇ ਮਾਵਾਂ ਦੇ ਪੁੱਤ ਜੰਮਦੇ ਤੇ ਉਹੀ ਨਸ਼ਾ ਕਰਦੇ ਨੇ। ਵੇਚਣ ਵਾਲੇ ਕੌਣ ਨੇ? ਇਹ ਤਾਂ ਹੈ ਨਹੀਂ ਕਿ ਮਨਪ੍ਰੀਤ ਬਾਦਲ ਨੂੰ ਨਾ ਪਤਾ ਹੋਊਗਾ ਕਿ ਵੇਚਣ ਵਾਲੇ ਕੌਣ ਨੇ, ਵਿਕਾਉਣ ਵਾਲੇ ਕੌਣ ਨੇ, ਕਿਹਦੀ ਸ਼ਹਿ ਤੇ ਵਿਕਦਾ ਨਸ਼ਾ। ਤੇ ਇਹਨਾਂ ਨੇ ਕੀ ਬੰਦ ਕਰਨਾ? ਇਹ ਤਾਂ ਇੱਕ ਚਾਈਨਾ ਡੋਰ ਨਹੀਂ ਬੰਦ ਕਰ ਸਕੇ, ਇੰਨੇ ਨਕੰਮੇ ਨੇ। ਚਾਈਨਾ ਡੋਰ ਦੇ ਉੱਤੇ ਨਹੀਂ ਇੱਕ ਨੱਥ ਪਾ ਸਕੇ। ਜਿਹੜਾ ਵੇਚਣ ਵਾਲਾ ਵਾ ਉਹ ਵੀ 4 ਪੈਸੇ ਕਮਾਉਣ ਦੀ ਖਾਤਰ ਵੇਚ ਰਿਹਾ, ਤੇ ਪਤਾ ਨਹੀਂ ਆ ਜੇ ਉਹ ਡੋਰ ਕਿਤੇ ਉਹਦੇ ਧੀ ਪੁੱਤ ਦੇ ਗਲ ਤੇ ਫਿਰ ਗਈ ਤੇ ਤੜਫ ਕੇ ਉਹਨੇ ਪਿਆ ਹੋਣਾ। ਅਸੀਂ ਤੇ ਇੰਨੇ ਗਰਕ ਚੁੱਕੇ ਆ, ਗਿਰ ਚੁੱਕੇ ਆ, ਅਸੀਂ ਕਲਪਦੇ ਆ, ਫਾਇਦਾ ਕੋਈ ਨਹੀਂ। ਇਹ ਪੰਛੀਆਂ ਦੀ ਮੌਤ ਤੇ ਥੋੜਾ ਜਿਹਾ ਹਗੜਾ ਲੈਂਦੇ ਆ, ਪਰ ਜੇ ਕੇ ਚਾਹੁੰਦੇ ਆ ਕਿ ਕੋਈ ਵੱਡੇ ਬੰਦੇ ਦੀ ਮੌਤ ਹੋਵੇ ਚਾਈਨਾ ਡੋਰ ਦੇ ਵਿੱਚ ਫਸ ਕੇ ਤਾਂ ਮੁੱਦਾ ਬਣੇ ਵੱਡਾ, ਫਿਰ ਇਹ ਚਾਈਨਾ ਡੋਰ ਬੰਦ ਕਰਾਂਗੇ। ਚਲੋ ਕੋਈ ਆਸ ਰੱਖਦੇ ਆ ਨਾ ਮਰੇ ਕੋਈ, ਅਸੀਂ ਕਿਸੇ ਦੇ ਮਰਨ ਦੇ ਉੱਤੇ ਨਹੀਂ ਕਹਿੰਦੇ ਵੀ ਕੋਈ ਮਰੇ, ਤੇ ਫੇਰ ਹੀ ਇਹ ਤੇ ਜਿਹੜਾ ਹੈ ਉਹ ਮਤਲਬ ਪਾਬੰਦੀ ਲੱਗਣੀ ਚਾਹੀਦੀ। ਇਹਦੇ ਵਿੱਚ ਵੀ ਸਾਡਾ ਹੰਕਾਰ ਹੀ ਹੈ, ਚਾਈਨਾ ਡੋਰ ਵੀ ਸਾਡਾ ਹੰਕਾਰ ਹੀ ਆਵੇ। ਮੇਰੀ ਗੁੱਡੀ ਬੋ ਨਾ ਹੋਵੇ, ਮੈਂ ਗੁੱਡੀਆਂ ਬੋ ਕਰਦਾ, ਆਈ ਬੋ ਕਹਿੰਦਾ ਹੀ ਥੱਲੇ ਉਤਰਾਂ ਤੇ ਜਾ ਕੇ ਫੇਰ ਹੀ ਮੈਨੂੰ ਸਕੂਨ ਆਉਣਾ। ਇਹ ਵੀ ਹੰਕਾਰ ਹੈ, ਇਹ ਵੀ ਈਗੋ ਹੀ ਹੈ, ਇਹ ਵੀ ਜੈਲਸ ਹੈ ਕਿ ਮਹੱਲੇ ਦੇ ਵਿੱਚ ਆਲੇ ਦੁਆਲੇ ਮੇਰੀ ਗੁੱਡੀ, ਮਤਲਬ ਰਾਜਨੀਤੀ ਨਾਲ ਵੀ ਗੁੱਡੀ ਜੋੜ ਲਓ ਕਿ ਆਲੇ ਦੁਆਲੇ ਸਾਰੇ ਡੱਕ ਕੇ ਰੱਖ ਦਿੱਤੇ, ਮੈਂ ਹੀ ਜਿੱਤਿਆ। ਮੇਰੇ ਨਾਲ ਕਾਲਰ ਨੇ, ਮੁੱਦਿਆਂ ਦੀ ਗੱਲ ਕਰਨ ਵਾਲਾ ਕੋਈ ਬੰਦਾ ਹੈ? ਜੇ ਹੈ ਤੇ ਅਸੀਂ ਉਹਨੂੰ ਉੱਭਰ ਨਹੀਂ ਦਿੰਦੇ। ਮੇਰੇ ਖਿਆਲ 'ਚ ਨਵਜੋਤ ਸਿੱਧੂ ਕੁਝ ਲੈ ਕੇ ਆਇਆ ਸੀਗਾ ਪਲਾਨ, ਤੇ ਲੋਕਾਂ ਨੇ ਮਜ਼ਾਕ ਉਡਾਤਾ। ਇਹ ਜੀ ਹੁਣ ਸ਼ਰਾਬ ਵੇਚਾਂਗੇ, ਸ਼ਰਾਬ ਤੁਹਾਡੇ ਪੰਜਾਬ 'ਚ ਵਿਕਦੀ ਨਹੀਂ, ਲਾਂਤੀਓ। ਬਿਆਨ ਦੇਣ ਤੋਂ ਪਹਿਲਾਂ ਸਵੇ ਝਾਤ ਮਾਰੋ, ਤੁਹਾਡੇ ਘਰ ਦੇ ਵਿੱਚ ਠੇਕੇ ਨਾਲੋਂ ਜ਼ਿਆਦਾ ਪਈ ਹੋਣੀ ਹੈ। ਸ਼ਰਾਬ ਵਿਕਦੀ ਨਹੀਂ ਉੱਥੇ, ਸ਼ਰਾਬ ਦੇ ਠੇਕੇ ਹੈ ਨਹੀਂ, ਜਾਂ ਚਿੱਟਾ ਨਹੀਂ ਵਿਕਦਾ, ਜਾਂ ਉੱਥੇ ਕੋਈ ਹੋਰ ਨਸ਼ਾ ਨਹੀਂ ਵਿਕਦਾ। ਆਓ ਜੀ, ਮੇਰੇ ਨਾਲ ਕਾਲਰ ਨੇ, ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਵੀਰਦੀ ਸਾਹਿਬ, ਆਈ ਥਿੰਕ ਸੋ ਵੀਰਦੀ ਸਾਹਿਬ। ਸਰ ਜੀ, ਤੁਹਾਡੇ ਪੱਤਰਕਾਰ ਬਹੁਤ ਵਧੀਆ ਗੱਲ ਕਰਦੇ ਜੀ। ਪੱਟੀ ਸਾਹਿਬ, ਮੈਂ ਤਕਰੀਬਨ ਜਦੋਂ ਮੌਕਾ ਮਿਲਦਾ ਸੁਣੀਦਾ ਜੀ। ਅਕੀਦਾ ਸਾਹਿਬ ਨੇ ਅੱਜ ਦੇ ਵੰਡ ਕੇ ਆਉਂਦੇ ਨੇ, ਇੱਕ ਦਿਨ ਕੀਦਾ ਸਾਹਿਬ, ਇੱਕ ਦਿਨ ਪੱਟੀ ਸਾਹਿਬ ਗੱਲ ਕਰਦੇ ਜੀ। ਹਾਂਜੀ ਹਾਂਜੀ, ਮੈਂ ਜਿਹੜੀ ਗੱਲ ਕਰਨੀ ਹੈ ਜੀ, ਜਿਹੜਾ ਤੁਸੀਂ ਮੇਰੀ ਪੋਸਟ ਵੀ ਸ਼ਾਇਦ ਦੇਖੀ ਹੋਣੀ ਹੈ, ਮੀਡੀਆ ਦੀ ਗੱਲ ਤੁਸੀਂ ਕਰ ਲਈ ਜੀ। ਉਹ ਵੱਡਾ ਮੁੱਦਾ ਦੀ ਅਸਲੀ ਜਿਹੜੀ ਤੁਸੀਂ ਗੱਲ ਕਰਦੇ ਮੁੱਦਿਆਂ ਦੀ। ਹੁਣ ਜੀ ਨਵਜੋਤ ਸਿੱਧੂ ਜੀ ਹਰ ਦੂਜੇ ਦਿਨ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰਕੇ ਆਪਦੀਆਂ ਜਿਹੜੀ ਉਹਨੇ ਨੁਕਾਤੀ ਪ੍ਰੋਗਰਾਮ ਬਣਾਏ ਹੋਏ ਆ ਉਹਦੇ ਬਾਰੇ ਗੱਲਬਾਤ ਕਰਦਾ ਜੀ। ਘੰਟਾ ਉਹਦੇ ਬੋਲਦਾ, ਡਿਟੇਲ ਦਿੰਦਾ। ਉਹਦੀ ਚਰਚਾ ਮੀਡੀਆ ਤੇ ਪੰਜਾਬੀ ਮੀਡੀਆ 'ਚ ਕਦੋਂ ਹੋਣੀ ਸ਼ੁਰੂ ਹੋਊਗੀ ਜੀ? ਮੈਂ ਤਾਂ 3 ਮਹੀਨੇ ਹੋ ਗਏ, 3-4 ਮਹੀਨੇ ਜਦੋਂ ਦਾ ਲੱਗਿਆ ਉਹਦੀ ਬਾਰੇ ਕਦੇ ਚਰਚਾ ਨਹੀਂ ਹੋਈ ਜੀ। ਚਰਚਾ ਇਹ ਹੁੰਦੀ ਹੈ ਫਲਾਣੇ ਬੰਦੇ ਨੇ ਐਂ ਕਹਤਾ, ਫਲਾਣੇ ਨੇ ਜੋ ਕਹਤਾ। ਜੇ ਉੱਥੇ ਫੇਸਬੁੱਕ ਤੇ ਤੁਸੀਂ ਦੇਖੋ ਜੀ, ਫਲਾਣੇ ਪਾਰਟੀ 'ਚ ਧਮਾਕਾ ਹੋ ਗਿਆ, ਫਲਾਣੇ ਚਾਹ ਹੋ ਗਿਆ, ਫਲਾਣੇ ਜੋ ਹੋ ਗਿਆ। ਇਹ ਪੰਜਾਬ ਦੇ ਲੋਕਾਂ ਦਾ ਬ੍ਰੇਨ ਵਾਸ਼ ਕਰਨ ਵਾਸਤੇ ਤੁਰੇ ਹੋਏ ਆ ਜੀ। ਸਿੱਧੂ ਦੀਆਂ ਗੱਲਾਂ ਜਿੰਨੀਆਂ ਵੀ ਹੈਗੀਆਂ ਜੀ, ਉਹ 'ਚ ਠੀਕ ਹੈ, 100% ਪਰਫੈਕਟ ਕੋਈ ਨਹੀਂ ਹੁੰਦਾ। ਜਿੰਨੇ ਕੋਲ ਲੈ ਕੇ ਆਇਆ ਗੱਲਾਂ ਉਹ 'ਚ ਵੀ ਹੁਣ ਤਾਈਆਂ ਹੋਣਗੀਆਂ, ਬਿਹਤਰ ਹੋ ਸਕਦਾ। ਬਿਹਤਰ ਹੋਣਾ ਕਿਵੇਂ ਹੈ ਜੀ? ਜੇ ਉਹ ਤੇ ਚਰਚਾ ਹੋਊਗੀ ਤਾਂ ਉਹ ਚਰਚਾ ਦਾ ਮੁੱਦਾ ਬਣਦਾ ਹੀ ਨਹੀਂ ਜੀ। ਮਤਲਬ ਕਿੱਧਰ ਨੂੰ ਤੁਰ ਪਏ ਜੀ ਪੰਜਾਬ ਵਾਲੇ ਲੋਕ ਜੀ। ਇਹਦੇ ਬਾਰੇ ਗੱਲ ਹੈ ਵੀ ਉਹ ਸਿਰਫ ਉਸ ਪਾਸੇ ਤੁਰਨਗੇ। ਹੁਣ ਕੀ ਨਵੀਂ ਗੱਲ ਹੋਰ ਸੀ, ਹੁਣ ਪਤਾ ਲੱਗਿਆ ਜੀ ਉਹ ਜਿਹੜਾ ਨਵਜੋਤ ਸਿੱਧੂ ਵਾਲਾ ਸੀਗਾ ਜੀ, ਉਹ ਉੱਥੇ ਕੋਈ ਬੰਦਾ ਕੁੱਟਤਾ ਸੀ, ਉਹਦਾ ਕੇਸ ਸੁਪਰੀਮ ਕੋਰਟ ਨੇ ਕੱਢ ਲਿਆ ਜੀ। ਹੁਣ ਮਤਲਬ ਐਸੀ ਕਿ ਸੁਪਰੀਮ ਕੋਰਟ ਤੱਕ ਵੀ ਉਹਦੇ ਮਗਰ ਪੈ ਗਏ ਜੀ ਬੰਦੇ। ਕੀ ਮਤਲਬ ਮਾਫੀਆ ਰਾਜ ਕਿਤੇ ਖਤਮ ਨਾ ਹੋ ਜਾਏ ਭਾਰਤ ਦੇ ਵਿੱਚੋਂ? ਖਬਰ ਤਾਂ ਇਹ ਵੀ ਆ ਰਹੀ ਹੈ, ਪਤਾ ਸੱਚੀ ਹੈ ਕਿ ਝੂਠੀ ਹੈ। ਜਿਸ ਲੜਕੀ ਦਾ ਰੇਪ ਕੀਤਾ ਗਿਆ, ਮੂੰਹ ਕਾਲਾ ਕੀਤਾ ਗਿਆ, ਔਰ ਪਰਪਸਲੀ ਉਹਦੇ ਵਾਲ ਕਤਲ ਕੀਤੇ ਗਏ। ਹਾਂਜੀ, ਵਾਲ ਕਤਲ ਕਰਕੇ ਉਹਦੇ ਕੋਲ ਬੱਚਿਆਂ ਦੇ ਨਾਲ ਅੰਦਰ ਵਾੜ ਕੇ ਬਲਾਤਕਾਰ ਕੀਤਾ ਗਿਆ, ਜਿਹਦੀ ਗਵਾਹੀ ਉਹ ਛੋਟੀ ਭੈਣ ਵੀ ਭਰਦੀ ਹੈ, ਬੱਚੀ ਵੀ ਭਰਦੀ ਹੈ, ਤੇ ਕੇਸ ਹੋ ਗਿਆ ਦਰਜ। ਜਲੂਸ ਕੱਢਿਆ ਗਿਆ, ਛਿੱਤਰਾਂ ਦਾ ਹਾਰ ਪਾਇਆ ਗਿਆ। ਉਹ ਸਿੱਖ ਕੌਮ ਦੀ ਧੀ ਆ, ਤੇ ਸਿੱਖ ਕੌਮ ਦੇ ਜੇਕਰ ਨਿਹੰਗ ਸਿੰਘ ਗਏ ਨੇ ਉੱਥੇ, ਚਲੋ ਇਹ ਵੱਧ ਬੋਲ ਕੇ ਆਏ ਹੋਣਗੇ ਜਾਂ ਉਹਨਾਂ ਦੀ ਵੱਧ ਬੋਲੀ ਦੇ ਉੱਤੇ ਕੇਸ ਦਰਜ ਹੋਇਆ। ਸਾਰੇ ਗਰੁੱਪ ਤੇ ਕੇਸ ਦਰਜ ਕਰ ਦਿੱਤਾ ਗਿਆ ਵੀ ਤੁਸੀਂ ਹਾ ਦਾ ਨਾਰਾ ਮਾਰਨ ਵੀ ਕਿਉਂ ਆਏ ਹੋ। ਬਾਕੀ ਰਹਿ ਗਈ ਗੱਲ ਵੀ ਇਹਦੇ ਤੇ ਕੋਈ ਨੇਤਾ ਨਹੀਂ ਬੋਲਿਆ ਅਜੇ ਤੱਕ, ਸਾਡਾ ਲੀਡਰ ਨਹੀਂ ਬੋਲਿਆ। 10 ਲੱਖ ਦਿੱਲੀ ਦੀ ਸਰਕਾਰ ਨੇ ਉਸ ਬਲਾਤਕਾਰ ਧੀ ਦਾ ਮੁੱਲ ਪਾ ਦਿੱਤਾ ਹੈ। ਚਲੋ ਠੀਕ ਹੈ, ਇਹ ਤਾਂ ਸਾਡੀ ਰਾਜਨੀਤੀ ਆ, ਆਹ ਤਾਂ ਸਾਡੇ ਨੇਤਾ ਨੇ, ਆਹ ਤਾਂ ਸਾਡੇ ਲੋਕ ਨੇ। ਹਾਂਜੀ ਕੀਦਾ ਸਾਹਿਬ, ਕੀ ਕਹਿਣਾ ਚਾਹੋਗੇ? ਮੁੱਦਿਆਂ ਦੀ ਗੱਲ ਦੇ ਉੱਤੇ ਆਏ ਨੇ ਸਾਡੇ ਇੱਥੋਂ ਦੇ ਵੀਰ ਬਿਰਦੀ ਸਾਹਿਬ।
ਨਹੀਂ ਆਪਣਾ ਇਹ ਠੀਕ ਹੈ ਗੱਲ। ਅਸਲ 'ਚ ਨਾ ਜਿਹੜਾ ਵੀ ਕੋਈ ਬੰਦਾ ਇੱਥੇ ਨਾ ਮੁੱਦਿਆਂ ਦੀ ਗੱਲ ਕਰਦਾ ਚਾਵਲਾ ਸਾਹਿਬ, ਉਸ ਬੰਦੇ ਨੂੰ ਦੇਖੋ ਨਵਜੋਤ ਸਿੱਧੂ ਬੜਬੋਲਾ ਜ਼ਰੂਰ ਹੈਗਾ, ਪਰ ਕਈ ਸਾਰੇ ਮੁੱਦੇ ਉਹ ਚੁੱਕਦਾ ਜਦੋਂ ਨਾ ਤੇ ਚੰਗੇ ਵੀ ਲੱਗਦੇ ਹੈਗੇ ਆ। ਤੇ ਦੂਜੀ ਗੱਲ ਹੈਗੀ ਆ ਕਿ ਇੱਥੇ ਨਾ ਉਹ ਸਿੰਪਲ ਉਹ ਕਹਿ ਦੋ ਜੀ ਆਹ ਬੰਦਾ ਬੇਅਕਲ ਹੈ ਜੀ, ਇਹ ਬੰਦਾ ਠੀਕ ਨਹੀਂ ਹੈਗਾ ਜੀ, ਇਹ ਬੰਦਾ ਪੰਜਾਬ ਲਈ ਠੀਕ ਨਹੀਂ ਹੈਗਾ ਜੀ, ਇਹੋ ਜਿਹੇ ਬਿਆਨ ਸੁਣ ਕੇ ਰਾਜੀ ਨੇ। ਹੈਰਾਨੀ ਦੀ ਗੱਲ ਹੈ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਲਈ ਜੋ ਨਿਰੋਲ ਮੁੱਦਾ ਹੋਣਾ ਚਾਹੀਦਾ ਉਹ ਹੈ ਰੁਜ਼ਗਾਰ ਦਾ। ਪੰਜਾਬ ਵਿੱਚ ਰੁਜ਼ਗਾਰ ਖਤਮ ਹੋ ਜਾਊਗਾ, ਰੁਜ਼ਗਾਰ ਦੀ ਗੱਲ ਨਹੀਂ ਕੋਈ ਹੈਗੀ ਪੰਜਾਬ ਦੇ ਵਿੱਚ। ਰੁਜ਼ਗਾਰ ਮੁੰਡੇ ਜਿਹੜੇ ਹੈਗੇ ਨੇ ਕਰਕੇ ਆਇਲਟਸ ਦੇਖੋ ਵੀ ਆਇਲਟਸ ਉੱਥੇ ਬੰਦਿਆਂ ਦੇ ਆਇਲਟਸ ਕਰਨ ਵਾਲਿਆਂ ਦੇ ਬੜੇ ਵੱਡੇ ਆਪਣਾ ਬਿਜ਼ਨਸ ਚੱਲ ਰਹੇ ਨੇ ਤੇ ਬਹੁਤ ਮੁੰਡੇ ਵਿਚਾਰੇ ਕੁੜੀਆਂ ਉੱਥੇ ਰੁਲੇ ਫਿਰਦੇ ਆ ਆਇਲਟਸ ਕਰਨ ਵਾਲੇ। ਕਿਉਂ ਬਾਹਰ ਜਾਣਾ ਜੀ, ਅਸੀਂ ਫੌਰਨ ਜਾਣਾ। ਪੰਜਾਬ ਦੇ ਵਿੱਚ ਕੁਛ ਹੈ ਨਹੀਂਗਾ। ਪੰਜਾਬ ਦੇ ਕਰਾਂਗੇ ਕੀ ਅਸੀਂ? ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਫਿਰ ਕਹਿੰਦੇ ਪੰਜਾਬੀ ਦੀ ਗੱਲ ਕਰਨੀ ਹੈ, ਫਿਰ ਕਹਿੰਦੇ ਅਸੀਂ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਕਿਉਂ ਨਹੀਂ ਬਣਦੀ? ਕਿੱਦਾਂ ਬਣੇਗੀ ਪੰਜਾਬ ਦੀ ਭਾਸ਼ਾ? ਬੋਲ ਲੈਣ ਦਿਓ ਕੀਦਾ ਸਾਹਿਬ ਨੂੰ। ਹਾਂਜੀ ਕੀਦਾ ਸਾਹਿਬ ਇੱਕ ਮਿੰਟ ਹੋਲਡ ਕਰੋ। ਹਾਂਜੀ ਵਿਰਦੀ ਸਾਹਿਬ। ਚਲੋ ਸਾਹਿਬ ਇੱਕ ਗੱਲ ਹੋਰ ਕਰਨੀ ਹੈ ਜੀ। ਜਿਹੜਾ ਆਮ ਆਦਮੀ ਪਾਰਟੀ ਏਜੰਡਾ ਲੈ ਕੇ ਆਈ ਹੈ ਜੀ, ਉਹਨਾਂ ਕੋਲ ਇੱਕੋ ਇੱਕ ਏਜੰਡਾ ਹੈ ਜੀ ਵੀ ਅਸੀਂ ਸਕੂਲਾਂ ਦੀ ਮੁਰੰਮਤ ਕਰ ਦਾਂਗੇ ਤੇ ਹਸਪੀਟਲਾਂ ਨੂੰ ਦੀ ਮੁਰੰਮਤ ਕਰਕੇ ਠੀਕ ਕਰ ਦਾਂਗੇ। ਇਦੋਂ ਬਿਨਾਂ ਤੀਜਾ ਕਿਹੜਾ ਮੁੱਦਾ ਜੀ ਜਿਹੜਾ ਪੰਜਾਬ ਦਾ ਓਵਰਆਲ ਕੋਈ ਡਿਵੈਲਪਮੈਂਟ ਹੋ ਸਕਦੀ, ਜਿਹਦੇ ਨਾਲ ਨੌਕਰੀਆਂ ਬਣ ਸਕਦੀਆਂ, ਹੋ ਸਕਦੀਆਂ? ਜੋ ਸੀ 20 ਫਾਰਮੂਲੇ ਦੱਸਦੇ ਭਾਈ ਆਹ ਚੀਜ਼ ਮੈਂ ਕਾਰਪੋਰੇਸ਼ਨ ਬਣਾਊਂ ਤੇ ਇੰਨੀ ਨੌਕਰੀ ਬਣੂਗਾ, ਚੀਜ਼ਾਂ ਕਰੂ। ਇਹਨਾਂ ਨੇ ਹਾਲੇ ਤੱਕ ਕੁਛ ਨਹੀਂ ਬਣਾਇਆ ਜੀ। ਤੇ ਇਹਨਾਂ ਦੇ ਕਿਤੇ ਭਗਤਾਂ ਨੂੰ ਕਿਤੇ ਕੋਈ ਪੋਸਟ ਭਾਵੇਂ ਪਾ ਦਿਓ ਜੀ, ਅੱਜ ਸਾਡੇ ਕੈਨੇਡਾ ਬਹੁਤ ਪਈ ਆ, ਥੱਲੇ ਆਊਗੀ ਆਮ ਜਿੰਦਾਬਾਦ, ਆਪ ਜਿੰਦਾਬਾਦ। ਮਤਲਬ ਇੰਨੀ ਸੋਚ ਹੈ ਸਾਡੀ, ਬਸ ਇੰਨਾ ਦਿਵਾਲੀਆਪਨ ਹੋ ਗਿਆ ਜੀ ਸਾਡਾ। ਮਤਲਬ ਉਹ ਜਿਹੜਾ IT ਸੈੱਲ ਆ ਉਹਨੂੰ ਹੋਰ ਕੁਝ ਨਹੀਂ ਹੈ, ਬਸ ਤੁਸੀਂ ਜਿੰਦਾਬਾਦ ਲਿਖਣਾ। ਜਿਵੇਂ ਸੁਖਬੀਰ ਬਾਦਲ ਉਹਨਾਂ ਦੇ ਪਿਛਲੇ ਪਾਸੇ ਖਲੋ ਕੇ ਉਹ ਗੱਲ ਕੁਝ ਹੋਰ ਕਰ ਰਿਹਾ ਸੀਗਾ ਤੇ ਉੱਥੇ ਸੁਖਬੀਰ ਬਾਦਲ ਜਿੰਦਾਬਾਦ, ਉਹ ਇੱਕ ਬੋਲਦਾ ਕੈਪਟਨ ਸਾਹਿਬ ਜਿੰਦਾਬਾਦ। ਮਤਲਬ ਪਤਾ ਹੀ ਕੋਈ ਨਹੀਂ, ਉਹ ਜਿੰਦਾਬਾਦ ਰੱਖਣ ਵਾਲੇ ਰੱਖੇ ਨੇ ਨਾ, ਤਾਂ ਕਰਕੇ। ਮਤਲਬ ਜਿਹੜਾ ਨਾ ਜੀ ਮੈਂ ਸੋਚਦਾ ਹਾਂ ਨਾ ਜਿਹੜਾ ਬ੍ਰੇਨ ਵਾਸ਼ ਹੋ ਰਿਹਾ ਨਾ ਜੀ, ਇਹ ਬ੍ਰੇਨ ਵਾਸ਼ ਨੇ ਪੰਜਾਬ ਦਾ ਅੱਗੇ ਵੀ ਨੁਕਸਾਨ ਕੀਤਾ। ਇੰਨਾ ਪੜ੍ਹ ਲਿਖ ਕੇ ਇੰਨਾ ਅਗਾਂਹ ਵਧੂ ਯੁੱਗ ਦੇ ਵਿੱਚ ਆ ਕੇ ਹਰ ਬੰਦੇ ਦੇ ਹੱਥ ਫੋਨ ਹੈ, ਉਹ ਫਿਰ ਵੀ ਤੁਸੀਂ ਮਤਲਬ ਫਿਰ ਕਹਿਣ ਦਾ ਮਤਲਬ ਵੀ ਇਹ ਮੀਡੀਆ ਜੋ ਕੁਛ ਰੋਲ ਪਲੇ ਕਰ ਰਿਹਾ ਜੀ, ਇਹ ਗਲਤ ਹੋ ਰਿਹਾ। ਇਹਦੇ ਵਾਸਤੇ ਕੀਤਾ ਸਾਹਿਬ ਨੂੰ ਬੇਨਤੀ ਹੈ ਜੀ, ਇਹਦੇ ਵਾਸਤੇ ਥੋੜਾ ਜਿਹਾ ਖੋਜ ਕਰਕੇ ਹੋਰ ਤੇ ਕੋਈ ਨਾ ਕੋਈ ਦੱਸਾ ਕਰੋ ਜੀ ਇੱਥੇ। ਜੀ ਮਿਹਰਬਾਨੀ ਜਨਾਬ, ਥੈਂਕ ਯੂ ਵਿਰਦੀ ਸਾਹਿਬ। 9058131320 ਔਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਕਹਿੰਦੇ ਨੇ ਕਿ ਜਿੰਨਾ ਯੂਥ ਬਾਹਰ ਗਿਆ ਹੈ ਜੀ ਉनको हम वापस लाएंगे। ਸਟੂਡੈਂਟ ਕੋਈ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਿਆ ਹੈ ਉਹ ਕੀ ਵਾਪਸ ਜਾਣਾ ਚਾਹੂਗਾ? ਮੇਰੇ ਖਿਆਲ 'ਚ ਇੱਥੇ 70 80 90 ਸਾਲ ਦਾ ਬਜ਼ੁਰਗ ਆ ਜੇ ਜਿਹਦੀ ਪੈਲੀ ਵੀ 100 200 ਕਿੱਲਾ, ਉਹ ਘੁੰਮਣ ਫਿਰ ਨਹੀਂ ਜਾਂਦਾ ਉੱਥੇ। ਹਾਂਜੀ ਘੁੰਮਣ ਫਿਰ ਨਹੀਂ ਜਾਂਦਾ ਕਿਉਂਕਿ 10 ਸਾਲ ਬਾਅਦ ਗਵਰਨਮੈਂਟ ਜਿਹੜੀ ਹੈ ਜਿਹਨੂੰ ਆਪਾਂ ਪੈਨਸ਼ਨ ਕਹਿੰਦੇ, ਸਾਡੀ ਇੱਕ ਟਰੀਟੀ ਹੈ 10 ਸਾਲ ਬਾਅਦ ਜਿਹੜੀ ਲੱਗ ਜਾਂਦੀ ਹੈ ਜੀ ਬਜ਼ੁਰਗਾਂ ਦਾ ਭੱਤਾ, ਉਹ ਆਟੋਮੈਟਿਕਲੀ 31 ਤਰੀਕ ਨੂੰ ਪਿਆ ਹੁੰਦਾ ਅਕਾਊਂਟ ਦੇ ਵਿੱਚ ਜਾਂ ਪਹਿਲੀ ਨੂੰ। ਬੈਂਕਾਂ ਦੇ ਗੇੜੇ ਨਹੀਂ ਮਾਰਨੇ ਪੈਂਦੇ, ਅਕਾਊਂਟ 'ਚ ਹੀ ਪੋਤਾ ਪੋਤੀ ਦੱਸਦੇ ਬਾਪੂ ਪੈਸੇ ਆ ਗਏ, ਬੇਬੇ ਬਾਬੀ ਨੂੰ ਪਤਾ ਲੱਗ ਜਾਂਦਾ। ਕਿਹੜਾ ਜਾਣਾ ਚਾਹੁੰਦਾ ਵਾਪਸ ਮੈਨੂੰ ਦੱਸੋ ਕੋਈ ਵੀ ਕਾਲ ਕਰਕੇ ਵੀ ਅਸੀਂ ਪੰਜਾਬ ਵਾਪਸ ਜਾ ਕੇ ਦੁਬਾਰਾ ਉਸੇ ਗਲੀਆਂ ਦੇ ਵਿੱਚ ਵਿਚਰਨਾ ਚਾਹੁੰਦੇ। ਘੁੰਮਣ ਫਿਰਨ ਨੂੰ ਤਾਂ ਸਾਰੇ ਤਿਆਰ ਹੋਣਗੇ। ਮਾਫ ਕਰਨਾ ਇਹਨਾਂ ਲੀਡਰਾਂ ਨੂੰ, ਜੇਕਰ ਜਿਵੇਂ ਉਹ ਅਫਗਾਨਿਸਤਾਨ ਦੇ ਵਿੱਚ ਜਹਾਜ਼ ਗਿਆ ਸੀ ਨਾ ਅਮਰੀਕਾ ਦਾ, ਅੰਮ੍ਰਿਤਸਰ ਦੇ ਜਾਂ ਤੁਸੀਂ ਚੰਡੀਗੜ੍ਹ ਦੇ 2 ਜਹਾਜ਼ ਖਿਲਾਰ ਦਿਓ, ਇੱਕ ਉੱਥੇ ਵੀ ਜਿਹਨੇ ਚੜ੍ਹਨਾ ਚੜ੍ਹ ਜਾਓ। ਇਹ ਲੀਡਰ ਪਹਿਲਾਂ ਚੜ੍ਹ ਕੇ ਆਉਣਗੇ ਕਿਉਂਕਿ ਇਹਨਾਂ ਕੋਲ ਸਿਕਿਉਰਿਟੀ ਹੋਣੀ ਹੈ। ਸਿਕਿਉਰਿਟੀ ਸਣੇ ਇਹਨਾਂ ਨੇ ਬਹਿ ਜਾਣਾ, ਸਾਨੂੰ ਲੈ ਕੇ ਚੱਲੋ ਉੱਥੇ ਤੁਸੀਂ ਅਮਰੀਕਾ। ਇਹ ਤੇ ਹਾਲਾਤ ਨੇ ਉੱਥੇ। ਕਿਉਂ ਕੀ ਦੱਸਾਂ? ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਉਹ ਆਈਲੈਟਸ ਕਰਾਉਣ ਵਾਲੇ ਨੇ ਉੱਥੇ ਥਾਂ ਥਾਂ ਦੇ ਖੁੱਲੇ ਹੋਏ ਨੇ, ਯੂਨੀਵਰਸਿਟੀਆਂ 'ਚ ਤਾਂ ਹੀ ਆਈਲੈਟਸ ਕਰਾ ਰਹੇ ਹੋ ਕਿ ਜਾਓ ਨਿਕਲੋ ਇੱਥੋਂ। यूनिवर्सिटियां चलो सब है और इसके चन्नी ने बयान तक चन्नी ने कहते भी ਅਸੀਂ ITI ਵਿੱਚ ਅਸੀਂ ਆਈਲੈਟਸ ਦਾ ਸੈਂਟਰ ਖੋਲਣ ਜਾ ਰਹੇ ਹਾਂ, ਆਈਲੈਟਸ ਕਰਾ ਕਰਾਂਗੇ। ਕੀ ਕਾਰਨ? ਬੱਚਿਆਂ ਨੂੰ ਬਾਹਰ ਕੱਢਣ ਵਾਸਤੇ। ਮੁੜ ਕੇ ਤੁਸੀਂ ਕਿੰਨਾ ਤੇ ਰਾਜਨੀਤੀ ਕਰਨੀ, ਕੰਧਾਂ ਨੂੰ ਟੱਕਰਾਂ ਮਾਰਿਓ ਉੱਥੇ। ਲਓ ਅਗਲੀ ਕਾਲ ਲੈ ਲੈਣੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੈਂ ਚਾਹਦਾ ਬੜੇ ਨਾ ਹੱਥ ਜਿਹੜੀ ਗੱਲ ਆ ਦੇਖੋ ਪੁੱਜੀ ਹੈ ਨਾ, ਇਹਨੂੰ ਆਪਾਂ ਉੱਥੇ ਜਿਹੜੇ ਉੱਥੇ ਆਏ ਆਪਾਂ ਤੇ ਉੱਥੋਂ ਆਪਾਂ ਨਾ ਕਾਲੋ ਮੱਛੀ ਹੁੰਦੇ ਆ, ਭੈਣਾਂ ਨਾਲ ਵਿਆਹ ਕਰਾ ਕੇ ਸੱਜੇ ਖੱਬੇ ਜੇ ਉਹ ਸਾਡਾ ਬੜੀ ਕਿੰਨੀਆਂ ਸੁੱਖਣਾ ਬਾਬਿਆਂ ਤੋਂ ਪੁੱਛਾਂ ਸਾਡਾ ਕੈਨੇਡਾ ਵੀਜ਼ਾ ਲੱਗ ਜਾਏ। ਜਦੋਂ ਇੱਥੇ ਆ ਜਾਂਦੇ ਆ ਥੋੜਾ ਜਿਹਾ ਸੈਟ ਜਿਹਾ ਰੋਟੀ ਖਾਣ ਲੱਗਦੇ ਆ ਤੇ ਆਪਾਂ ਨੂੰ ਸੁਰਤ ਆਉਂਦੀ ਆ ਯਾਰ ਆਹ ਤਾਂ ਇਹਨਾਂ ਦਾ ਸਿਸਟਮ ਦੀ ਕਮੀਆਂ ਹੀ ਬਹੁਤ ਆ, ਆਹ ਵੀ ਗਲਤ ਆ, ਉਹ ਵੀ ਗਲਤ ਆ, ਆਹ ਵੀ ਗਲਤ ਆ। ਜਦ ਕਿ ਮੁਲਕ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ, ਆਪਣੇ ਲਈ ਬਣਾਇਆ ਸਿਸਟਮ ਉਹਨਾਂ ਦਾ ਆਪਣਾ, ਅਸੀਂ ਵਿੱਚ ਆ ਕੇ ਫਸੇ ਹਾਂ।
ਜੇ ਹੈ ਨਾ ਫਿਰ ਜੇ ਕਮੀਆਂ ਦਾ ਕੱਢਣਾ ਸਾਡਾ ਬਣਦਾ ਹੀ ਨਹੀਂਗਾ। ਹਾਂ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਕਹੋ ਮਾੜਾ ਸਾਨੂੰ ਨਹੀਂ ਤੁਹਾਡਾ ਮੁਰਗਾ ਚੰਗਾ ਅਸੀਂ ਵਾਪਸ ਚੱਲਦੇ ਹਾਂ। ਇਹ ਕਹਿਣਾ ਵੀ ਤੁਸੀਂ ਏਦਾਂ ਕਹੋ ਤੇ ਤੁਸੀਂ ਸਾਡਾ ਸੁਨੇਹਾ ਦਿਓ ਇਹ ਐਂ ਕਰਨ, ਮੇਰੇ ਹਿਸਾਬ ਨਾਲ ਰੌਂਗ ਆ ਇਹ ਕਿ ਗੁੰਡਾ ਕਰਦੀ ਆ। ਤੁਹਾਡਾ ਕੀ ਹੈ ਇਹਦੇ ਬਾਰੇ ਸਾਈਕੀ? ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਪਤਾ ਨਹੀਂ ਕਿਸ ਸੰਦਰਭ ਦੇ ਵਿੱਚ ਤੁਸੀਂ ਸਵਾਲ ਕੀਤਾ। ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਮੈਂ ਗੱਲ ਜੇ ਕੀਤੀ ਹੈ ਕਿਰਾਏਦਾਰ ਮਾਲਕ ਮਕਾਨ ਦੇ ਵਿੱਚ, ਤਾਂ ਤੁਸੀਂ ਕਿਤੇ ਕਿਰਾਏ 'ਤੇ ਦੇ ਕੇ ਵੇਖੋ ਹਾਂ ਮਕਾਨ ਮਾਲਕ ਨੂੰ, ਅਤੇ ਸਾਲ ਕੁ ਬਾਅਦ 6 ਮਹੀਨੇ ਬਾਅਦ 3 ਮਹੀਨੇ ਬਾਅਦ 4 ਮਹੀਨੇ ਬਾਅਦ ਤੁਹਾਨੂੰ ਕਿਰਾਇਆ ਨਾ ਮਿਲਿਆ, ਮੁੜ ਕੇ ਬਲਬ ਵੀ ਤੁਹਾਡੇ ਕੋਲ ਚੇਂਜ ਕਰਵਾਇਆ, ਤਾਂ ਤੁਹਾਡੀ ਜਾਂ ਤਾਂ ਹੋਵੇ ਕਿ ਤੁਹਾਡਾ ਵੀ ਉਹਨਾਂ ਰਾਈਟਸ ਹੋਣਾ ਚਾਹੀਦਾ। ਕੁਛ ਰਾਈਟਸ ਤੁਹਾਡੇ ਹੋਣੇ ਚਾਹੀਦੇ ਜਿਹੜੀ ਮੈਂ ਗੱਲ ਕਰਦਾ। ਮੈਨੂੰ ਨਹੀਂ ਪਤਾ ਤੁਸੀਂ ਕਿਸ ਸੰਦਰਭ 'ਚ ਗੱਲ ਕਰਕੇ ਗਏ। ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਮੈਂ ਹੁਣ ਵੀ ਕਰਦਾ। 3 ਮਹੀਨਿਆਂ ਬਾਅਦ ਤੁਹਾਨੂੰ ਕਿਰਾਇਆ ਨਾ ਮਿਲੇ, ਬੈਂਕ ਦੀ ਕਿਸ਼ਤ ਤੁਸੀਂ ਆਪਣਾ ਹੱਡ ਮਾਸ ਸਖਤ ਮਿਹਨਤ ਕਰਕੇ ਟੈਕਸੀ ਚਲਾ ਕੇ ਟਰੱਕ ਚਲਾ ਕੇ 2 ਘੰਟੇ ਹੋਰ ਓਵਰ ਟਾਈਮ ਲਾ ਕੇ ਕਿ ਮੇਰੀ ਕਿਸ਼ਤ ਨਾ ਟੁੱਟ ਜੇ, ਪ੍ਰੋਪਰਟੀ ਟੈਕਸ ਜੇਕਰ ਸਿਟੀ ਨੂੰ ਨਾ ਪ੍ਰੋਪਰ ਭੇਜਿਆ, ਬਿੱਲ ਬੱਤੀਆਂ ਪ੍ਰੋਪਰ ਤੁਸੀਂ ਨਾ ਦਿੱਤੀਆਂ, ਉਲਟਾ ਤੁਹਾਡੇ 'ਤੇ ਫੇਰ ਕੇਸ ਹੋਣਾ ਤੇ ਤੁਸੀਂ ਕਿਰਾਏਦਾਰ ਨੂੰ ਨਾ ਕੱਢ ਸਕੋ। ਇਹ ਗੱਲ ਆਵਾਜ਼ ਉਠਾਉਣੀ ਜੇ ਰੌਂਗ ਲੱਗਦੀ ਹੈ ਤਾਂ ਫਿਰ ਭਾਈ ਮਾੜੀ ਗੱਲ ਤਾਂ ਕੋਈ ਨਹੀਂ। ਇਹ ਵੀ ਲੋਕਾਂ ਦੀ ਰਾਏ ਹੈ, ਲੋਕੀ ਰੋਂਦੇ ਫਿਰਦੇ ਆ, ਪਿੱਟਦੇ ਫਿਰਦੇ ਆ। ਉਹ ਬੈਂਕਰਪਟ ਹੋ ਜਾਣ ਤੇ ਉਹ ਜਵਾਬ ਬੈਠੇ ਹੁਣ ਤੁਹਾਡੇ ਘਰ ਦੇ ਵਿੱਚ ਵੜ ਕੇ ਕਿਤੇ ਇਹਨੂੰ ਜੇ ਤੁਹਾਡੇ ਨਾਲ ਵਾਪਰੀ ਤਾਂ ਫਿਰ ਦੱਸਿਓ ਮੈਨੂੰ ਵੀ ਇਹ ਚੇਂਜਿੰਗ ਚਾਹੀਦੀ ਆ, ਅਮੈਂਡਮੈਂਟ ਚਾਹੀਦੀ। ਅਮੈਂਡਮੈਂਟ ਹੋਈ ਵੀ ਆ, ਜੇ ਕੋਈ ਰੋਏ ਤਾਂ ਫਿਰ ਹੀ ਅਮੈਂਡਮੈਂਟ ਹੋਈ ਆ। ਪਹਿਲਾਂ ਲੋਕ ਇਮਾਨਦਾਰ ਸਨ, ਹੁਣ ਬੇਈਮਾਨ ਵੀ ਆ ਗਏ ਨੇ ਜਿਨ੍ਹਾਂ ਨੇ ਕੁਝ ਹੋਰ ਨਾ ਪੜਿਆ ਹੋਵੇ। ਇਹ ਲਾ ਤਾਂ ਪੜਿਆ ਹੀ ਪੜਿਆ, ਉਹਦਾ ਮਿਸਯੂਜ਼ ਕਰਦੇ ਨੇ। ਜਦੋਂ ਉਹਨਾਂ ਨੇ ਕਾਨੂੰਨ ਬਣਾਇਆ ਸੀ, ਲਾ ਬਣਾਇਆ, ਕੋਈ ਮਿਸਯੂਜ਼ ਨਹੀਂ ਸੀ ਕਰਦਾ। ਸਰਦਾਰ ਬਹਾਦਰ ਉੱਤਰਦਿਆਂ ਨੂੰ ਮੇਰੇ ਕੋਲ ਹੈਲਥ ਕਾਰਡ ਦਾ ਔਰ 92 ਦੇ ਵਿੱਚ ਜਿਹੜਾ ਉੱਤਰਦਿਆਂ ਏਅਰਪੋਰਟ ਤੇ ਦਿੰਦੇ ਸੀ ਨਾ ਹੈਲਥ ਕਾਰਡ ਦਾ ਇੱਕ ਕਾਰਡ ਪ੍ਰਾਈਵੇਟ, ਤਾਂ ਅਸੀਂ ਉਸੇ ਦਿਨ ਉਤਰੇ ਤੁਹਾਨੂੰ ਕਾਰਡ ਮਿਲ ਗਿਆ। ਮਿਸਯੂਜ਼ ਕਿਹਨੇ ਕੀਤਾ? ਉਹਨਾਂ ਨੂੰ ਕਿਉਂ ਫਿਰ ਚੇਂਜ ਕਰਨਾ ਪਿਆ? ਆ ਜਿਹੜੀਆਂ ਤੁਸੀਂ ਮਿਲੀਅਨ 2-2 4-4 5-5 ਮਿਲੀਅਨ ਦੀਆਂ ਪ੍ਰਾਪਰਟੀਆਂ ਲਈ ਫਿਰਦੇ ਹੋ, ਚੋਰੀਆਂ ਠੱਗੀਆਂ ਅਸੀਂ ਕਰਦੇ ਹਾਂ। ਮੈਂ ਕਹਿੰਦਾ ਜਿਹੜੇ ਟਰੱਕ ਡਰਾਈਵਰ ਨੂੰ ਟੈਕਸ ਕੰਪਨੀ ਟੈਕਸ ਦਿੰਦੀ ਆ ਉਹ ਪ੍ਰੋਪਰ ਟੈਕਸ ਭਰਦਾ। ਫੈਕਟਰੀ ਵਰਕਰ ਫੈਕਟਰੀ ਦੇ ਚੈੱਕ ਲੈਂਦਾ, ਪ੍ਰੋਪਰ ਟੈਕਸ ਭਰਦਾ। ਸੌਰੀ ਕੀਤਾ ਸਾਹਿਬ, ਹੋਲਡ ਰੱਖਿਓ। ਜਿਹੜਾ ਰਿਐਲਟਰ ਹੈ ਉਹਨੂੰ ਉਹਦਾ ਕਮਿਸ਼ਨ ਮਿਲਦਾ, ਪ੍ਰੋਪਰ ਟੈਕਸ ਭਰਦਾ। ਮਾਫ ਕਰਨਾ, ਹੁਣ ਗਿੱਟੇ ਗੋਡੇ ਲੱਗਣੀਆਂ। ਅਸੀਂ ਕੈਸ਼ ਕੰਮ ਕਰਕੇ ਤੇ ਕਿੰਨਾ ਕੁ ਟੈਕਸ ਪੇ ਕਰਦੇ ਆ। ਕਾਊਂਟਰ ਨੂੰ ਸ਼ੁਰੂ ਜਾਂਦੇ ਹੀ ਕਹਿ ਦਿੰਦੇ ਨੇ ਖਿਆਲ ਰੱਖੀ ਵੇਖੀ ਕਿਵੇਂ ਕਿ ਬਚਦੇ ਆ। ਬਚਦੇ ਕਿ ਨਹੀਂ ਬਚਦੇ? 100% ਅਸੀਂ ਟੈਕਸ ਬਚਾਉਂਦੇ ਤੇ ਚੋਰ ਨਹੀਂ ਅਸੀਂ? ਹੈ ਕਿ ਨਹੀਂ ਹੈ ਚੋਰ? ਦੱਸਿਓ ਮੈਨੂੰ। ਕੋਈ ਮਾਈ ਦਾ ਲਾਭ ਬਾਂਹ ਖੜੀ ਕਰਕੇ ਕਹਿ ਦੋ ਚਾਵਲਾ ਜੀ 100% ਮੈਂ ਟੈਕਸ ਪੇ ਕਰਦਾ, ਚਰਨਾ ਰਿਆ ਕੇ ਸੀਸ ਨਵਾਉਂਗਾ ਸਾਰੇ ਟੱਬਰ ਦੇ। ਅਸੀਂ ਹੇਰਾਫੇਰੀਆਂ ਕਰਦੇ। ਜੇ ਇਹ ਆਵਾਜ਼ਾਂ ਨਾ ਉਠਾਵਾਂਗੇ ਤੇ ਉੱਠਣੀਆਂ। ਅਸੀਂ ਉਸ ਦੇਸ਼ ਚੋਂ ਆਏ ਜਿੱਥੇ ਕੁਝ ਨਾ ਕੁਝ ਅਸੀਂ ਗਲਤ ਸ਼ੁਰੂ ਤੋਂ ਹੀ ਸਿੱਖਿਆ ਆ। ਮੈਨੂੰ ਨਹੀਂ ਪਤਾ ਕਿਸ ਸੰਦਰਭ 'ਚ ਤੁਸੀਂ ਕਹਿ ਕੇ ਗਏ ਹੋ। ਨੁਕਤਾਚੀਨੀਆਂ ਜਿਹੜਾ ਲੋਕਾਂ ਦੀ ਆਵਾਜ਼ ਹੈ ਉਹ ਪਹੁੰਚਾਉਣੀ ਸਾਡਾ ਫਰਜ਼ ਹੈ। ਅਗਲੀ ਕਾਲ ਲੈ ਲੈਣੇ, ਸਮਾਂ ਵੈਸੇ ਥੋੜਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਦਿਲਬਾਗ ਸਿੰਘ। ਛੋਟਾ ਰੱਖਿਆ ਜਾਵੇ ਜੀ ਪਲੀਜ਼ ਸਵਾਲ। ਹਾਂਜੀ, ਮੈਂ ਤਾਂ ਇਹੀ ਕਹਿ ਪਿਆ ਜਿਹੜਾ ਕਹਿੰਦੇ ਨਾ ਕੇਜਰੀਵਾਲ ਕਹਿੰਦਾ ਮੁੰਡੇ ਇੱਥੇ ਬੱਚੇ ਮੰਗਾਊਂਗਾ, ਉਹ ਕਿੱਥੋਂ ਇਹਨਾਂ ਪੈਸਾ ਲਿਆਊ ਜੀ, ਇਹਨਾਂ ਵਾਪਸ ਜਾਊਗਾ। ਤੇ ਦੂਸਰੀ ਗੱਲ ਜਿਹੜਾ ਚੰਨੀ ਕਹਿੰਦਾ ਮੈਂ ਇੱਥੇ ਉਹ ਤਾਂ ਸੌਖਾ ਕਰ ਦੂ, ਬੱਚੇ ਚਲੋ ਬਾਹਰ ਜਾਣਾ ਉਹਨੂੰ ਜਾਣ। ਤੇ ਇਹ ਕਿੱਦਾਂ ਦੀ ਰਾਜਨੀਤੀ ਹੈਗੀ ਆ? ਇਹ ਮੈਨੂੰ ਤਾਂ ਲੱਗਦਾ ਜਿਹੜਾ ਲਾਲਾ ਜੀ ਹੈਗੇ ਇਹ ਪੰਜਾਬ ਨੂੰ ਲੁੱਟਣਾ ਚਾਹੁੰਦੇ। ਕੋਈ ਚੰਗੀ ਗੱਲ ਤਾਂ ਕੋਈ ਕੀਤੀ ਹੈ ਤਾਂ ਵੀ। ਪੰਜਾਬੀਆਂ ਨੂੰ ਸੁਚੇਤ ਹੋਣਾ ਚਾਹੀਦਾ ਨਾ, ਕਿਉਂ ਲੁੱਟੇ ਜਾਣ। ਉਹ ਜਿਹਨੂੰ ਵੋਟ ਪਾਉਣੀ ਉਹਨਾਂ ਨੇ ਆਪਣੀ ਸੋਚ ਸਮਝ ਕੇ ਪਾਉਣੀ ਆ। ਅਗਲੀ ਕਾਲ ਲੈ ਲੈਣੇ ਆ। ਹੈਲੋ ਮੈਂ ਦੁਬਾਰਾ ਸੌਰੀ ਮੈਂ ਆਇਆ। ਮੈਂ ਗੱਲ ਬਾਰੇ ਨਹੀਂ ਮੈਂ ਕੀਤੀ ਸੀਗੀ, ਮੈਂ ਸੁਣਿਆ ਨਹੀਂ। ਮੈਂ ਤਾਂ ਆ ਕੇ ਟਰੱਕ ਸਾਹਿਬ ਕੀਤਾ, ਉਹਦੇ ਮੇਰੇ ਦਿਲ 'ਚ ਹੀ ਗੱਲ ਆਈ ਸੀ। ਉਹ ਗੱਲਾਂ ਹੋਰ ਬਹੁਤ ਆ। ਪਲੀਜ਼ ਮੇਰਾ ਕਹਿਣਾ ਇਹ ਸੀਗਾ ਵੀ ਅਸੀਂ ਦੇਖੀਏ ਵੀ ਅਸੀਂ ਕਿੰਨੇ ਚੰਗੇ ਆ। ਨਹੀਂ ਮੈਂ ਤੁਹਾਨੂੰ ਕਿਹਾ ਅਸੀਂ ਸਾਰੇ ਮੈਨੂੰ ਦੱਸੋ ਕਿਹੜਾ ਚੰਗਾ ਆ। ਜੇ ਤੁਰਟੀਆਂ ਹੈਗੀਆਂ ਨੇ ਨਾ, ਜੇ ਕਾਨੂੰਨ ਬਣਿਆ ਸੀ, ਚਲੋ ਆਪਾਂ ਕਾਨੂੰਨ ਦੀ ਗੱਲ ਕਰ ਲੈਂਦੇ। 2 ਦਿਨ ਤੋਂ 3 ਦਿਨ ਤੋਂ ਰਾਤੀ ਵੀ ਲੱਗਾ, ਸੈਂਕੜੇ ਫੋਨ ਕਾਲਸ ਆਏ ਨੇ ਕਿ ਪਟੀਸ਼ਨ ਸਾਈਨ ਕਰਦੇ ਆ ਆਪਾਂ, ਅਸੀਂ ਤੰਗ ਹੋਏ ਫਿਰਦੇ ਆ। ਜਵਾਈ ਬਣ ਕੇ ਘਰ 'ਚ ਬੈਠੇ ਹੁੰਦੇ ਨੇ। ਉਦੋਂ ਗੋਰੇ ਜਿਹੜੇ ਸੀਗੇ ਇੱਥੋਂ ਵਾਲੇ ਬਸਿੰਦੇ ਸੀ, ਉਹ ਮਿਸਯੂਜ਼ ਨਹੀਂ ਸੀ ਕਰਦੇ। ਜੇ ਉਹਨਾਂ ਕੋਲ ਵਾਕਈ ਨਹੀਂ ਸੀ ਪੈਸੇ ਹੁੰਦੇ ਤੇ ਫੇਰ ਉਹ ਕਰਦੇ ਸੀ। ਇੱਥੇ ਮਾਫ ਕਰਨਾ ਵਿੱਚੇ ਸਾਡੇ ਹੀ ਸਰਕਾਰ ਕੋ ਵੀ ਪੈਸੇ ਲਈ ਜਾਂਦੇ ਆ। ਸਰਕਾਰ ਨੇ ਹੁਣ 2-2 ਹਜ਼ਾਰ ਦਿੱਤਾ ਸੀ। ਕਿੰਨੇ ਕੁ ਕੁਆਲੀਫਾਈ ਕਰਦੇ ਸੀ ਜਿਹੜੇ ਭੱਜੇ ਫਿਰਦੇ ਸੀਗੇ ਬਣਾਉਣ ਵਾਸਤੇ ਪੇਪਰ?
ਮੈਂ ਤੇ ਫਿਰ ਸਰਕਾਰ ਨੂੰ ਲਾ ਚੇਂਜ ਕਰਨਾ ਪਊਗਾ ਕਿ ਨਹੀਂ ਕਰਨਾ ਪਊਗਾ? ਕਈਆਂ ਨੇ ਵੈਸੇ ਜਿਹੜੇ ਡਰਦੇ ਨੇ ਮੋੜੇ ਜਿਹੜੇ ਨੂੰ ਕਹਿ ਰਹੇ ਵੀ 200% ਵਾਪਸ ਦੇਣਾ। ਨਹੀਂ, ਸਰਕਾਰ ਨੂੰ ਫਿਰ ਲਾ ਚੇਂਜ ਕਰਨਾ ਪਊਗਾ ਕਿ ਨਹੀਂ ਕਰਨਾ ਪਊਗਾ? ਦੱਸੋ ਮੈਨੂੰ। ਕਰਨਾ ਪੈਣਾ। ਜਾਂ ਇੱਕ ਸਿੰਪਲ ਗੱਲ ਦੱਸਦਾ, ਇੱਥੇ ਗੋਰਿਆਂ ਦੇ ਬੱਚੇ ਆ ਕਦੀ ਨਹੀਂ ਕਹਿੰਦੇ ਸਾਡਾ ਘਰ ਆ, ਉਹ ਕਹਿੰਦੇ ਮੇਰੇ ਡੈਡ ਦਾ ਘਰ ਆ। ਤੇ ਸਾਡੀ ਇਹ ਜ਼ੋਰ ਲੱਗਾ ਵੀ ਹੁੱਕ ਕਰੋਕ ਡਰੱਗ ਵੇਚ ਕੇ ਬੱਚਿਆਂ ਲਈ ਬਣਾ ਲਈਏ ਕੋਈ। ਚਲੋ ਇੱਧਰ ਲਾਈਨਾਂ ਸਾਰੀਆਂ ਫਲੈਸ਼ ਹੋ ਰਹੀਆਂ ਨੇ। ਮੈਂ ਜਦੋਂ ਬੋਲਦਾ ਨਾ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰੀਏ, ਜਿੱਥੇ ਕੁਝ ਤੁਰਟੀਆਂ ਨੇ ਜਿਹੜੀਆਂ ਉਹਨਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਵੀ ਆਹ ਗੱਲ ਗਲਤ ਹੋ ਰਹੀ ਹੈ। ਆ ਕੱਲ ਦੇਖ ਲਓ ਤੁਸੀਂ BSL ਵਾਲਿਆਂ ਦਾ ਮੁੱਦਾ ਇੱਥੇ ਚੁੱਕਿਆ, ਕਿੰਨੇ ਖੱਜਲ ਖਵਾਰ ਸੀ। ਅੱਜ ਸਤਪਾਲ ਜੌਹਲ ਹੋਣਾ ਨੇ ਵੀ ਕੱਲ ਦੀ ਖਬਰ ਪਾਤੀ ਆ ਵੀ ਕੰਸੀਡਰ ਕਰੋ ਇਹਨਾਂ ਨੇ $10 ਦੇ ਕੇ ਤੇ ਸਟੈਂਪ ਲਵਾਈ ਸੀਗੀ, ਤੇ ਉੱਥੇ ਕੰਮ ਕਰਨ ਵਾਲੇ ਕਿਹੜੇ ਆ? ਅਨਟ੍ਰੇਨਡ ਬੰਦੇ। ਤੇ ਆਵਾਜ਼ ਉਠਾਵਾਂਗੇ ਤੇ ਮਸਲਾ ਹੱਲ ਹੋਊਗਾ ਨਾ। ਜਿੱਥੇ ਗਲਤ ਆ ਗਲਤ ਨੂੰ ਗਲਤ ਕਹੋ। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਤੁਸੀਂ ਕੱਲ ਵੀ ਕਿਹਾ ਅੱਜ ਵੀ, ਇਹ ਤਾਂ ਕਈ ਦਫਾ ਕਿਰਾਇਆ ਨਹੀਂ ਦਿੰਦੇ, ਨਾਲ ਭੰਨ ਤੋੜ ਵੀ ਕਰਕੇ ਜਾਂਦੇ ਨੇ। ਦੱਸੋ ਫਿਰ। ਬਹੁਤ ਕੁਝ ਲੋਕਾਂ ਦੇ ਵਿੱਚ ਉਹ ਫੋੜੇ ਵਾਂਗੂ ਕਈ ਤਾਂ ਬੰਦਿਆਂ ਨੇ 40-40 ਹਜ਼ਾਰ ਦੇ ਕੇ ਖੜਾ ਛੁਡਾਇਆ। ਦੱਸੋ। ਦੂਜੀ ਗੱਲ ਇੱਕ ਹੋਰ ਮੈਸੇਜ ਜਿਹੜੀ ਕਰਨੀ ਸੀ, ਇਹ ਪਤਾ ਨਹੀਂ ਆਪਣੀ ਕਮਿਊਨਿਟੀ ਵਿੱਚ ਕਿੱਥੋਂ ਇਹ ਗੱਲ ਆ ਗਈ ਜਾਂ ਕਿਹਨੇ ਫੈਲਾਤੀ। ਜਿਸ ਮੁਲਕ ਵਿੱਚ ਰਹਿੰਦੇ ਆ ਸਰਕਾਰਾਂ ਦੀ ਨੁਕਤਾਚੀਨੀ ਮਾੜੀ, ਸੁਜੈਸ਼ਨ ਵੀ ਨਹੀਂ ਦੇਣੀ ਚੰਗੀ ਨਹੀਂ ਕੋਈ। ਸੁਜੈਸ਼ਨ ਨੂੰ ਵੀ ਕਹਿੰਦੇ ਨੇ ਜੀ ਜੇ ਇੱਥੇ ਆਇਆ ਤਾਂ ਫਿਰ ਜੇ ਮਾੜਾ ਲੱਗਦਾ ਵਾਪਸ ਚਲੇ ਜਾਓ। ਇਹ ਗੱਲ ਕਿਹੜੀ ਹੋਈ? ਤੇ ਉੱਥੇ ਮਾੜਾ ਲੱਗੂ ਫਿਰ ਪਾਕਿਸਤਾਨ ਜਾਣਾ ਹੋ ਗਿਆ। ਮਿਹਰਬਾਨੀ। ਸੁਜੈਸ਼ਨ ਦੇਣੀ ਜਾਂ ਕੰਸਟਰਕਟਿਵ ਕ੍ਰਿਟਿਸਿਜ਼ਮ। ਸਰਕਾਰਾਂ ਕੋਈ ਦੇਵਤਿਆਂ ਦੀ ਤਾਂ ਕਿਤੇ ਵੀ ਨਹੀਂ ਹੁੰਦੀ, ਹਰ ਚੀਜ਼ ਨੂੰ ਸੈੱਟ ਕਰਨਾ ਪੈਂਦਾ ਹੁੰਦਾ। ਪੋਲੀਟੀਸ਼ੀਅਨ ਤਾਂ ਥੋੜਾ ਰਾਹ ਦਿਖਾਉਣਾ ਪੈਂਦਾ ਪਬਲਿਕ ਪਰ, ਜਿਹੜੀ ਜਾਗਰਤ ਪਬਲਿਕ ਹੁੰਦੀ ਹੈ। ਮਿਹਰਬਾਨੀ, ਥੈਂਕ ਯੂ। ਬਿਲਕੁਲ ਹੀ ਬੇਵਕੂਫਾਂ ਨਹੀਂ ਗੱਲ ਕਰਦੇ ਨੇ। ਪਤਾ ਨਹੀਂ ਤਾਂ ਉਹ ਜੋਹਰ ਤੋਂ ਇਹ ਸਿੱਖ ਲਈ ਜੋ ਨਹੀਂ ਸਰਕਾਰ ਨੂੰ ਹੁਣ ਉੱਥੇ ਇਹਨਾਂ ਦਾ ਟਰੱਕਾਂ ਵਾਲਿਆਂ ਦਾ ਕੀਤਾ, ਉਹ ਚੰਗੀ ਗੱਲ। 16% 84% ਕਹਿੰਦੇ ਨੇ ਠੀਕ ਹੈ, ਇਹ ਗੱਲ ਲਾਉਣੇ ਚਾਹੀਦੇ ਨੇ ਜੀ। ਮਿਹਰਬਾਨੀ। 90% ਨੇ ਲਵਾ ਲਿਆ ਜੀ। ਕੱਲ ਤੁਸੀਂ ਕੀਤਾ, ਬਹੁਤ ਲੋਕਾਂ ਨੂੰ ਤਕਲੀਫ ਹੋਈ ਵੀ ਹੈ। ਮਿਹਰਬਾਨੀ ਜੀ, ਥੈਂਕ ਯੂ ਜੀ। ਹਾਂਜੀ, ਨੈਕਸਟ ਕਾਲ। ਕਿਦਾ ਸਾਹਿਬ ਨੂੰ ਕੋਲ ਸਵਾਲ ਪੁੱਛਣਾ ਹੋਵੇ ਤੇ ਜੀ ਸਦਕੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਤੁਸੀਂ ਬਹੁਤ ਵਧੀਆ ਕੰਮ ਕਰਦੇ, ਸਾਰੇ ਮੁੱਦੇ ਚੁੱਕਦੇ ਆ। ਘਰਾਂ ਦਾ ਮੁੱਦਾ ਵੀ ਚਲੋ ਸਹੀ ਆ ਜੀ, ਤੁਸੀਂ ਚੁੱਕਿਆ, ਕੋਈ ਮਾੜੀ ਗੱਲ ਤਾਂ ਹੈ ਨਹੀਂ ਜੀ। ਤੇ ਲੋਕ ਨਹੀਂ ਸੱਚੀ ਨਹੀਂ ਕਿਰਾਇਆ ਦਿੰਦੇ ਜੀ, ਬਹੁਤ ਖਰਾਬ ਕਰਦੇ ਆ ਤੇ ਭੰਨ ਤੋੜ ਵਾਧੂ ਕਰ ਜਾਂਦੇ ਆ। ਉਹ ਤੁਸੀਂ 24 ਘੰਟੇ ਨੋਟਿਸ ਦਿਓ ਤਾਂ ਨਹੀਂ ਤੁਹਾਨੂੰ ਵੜਨ ਦਿੰਦੇ, ਫਿਰ ਬੇਵਕੂਫ ਬਣਾ ਕੇ ਚੱਲ ਜਾਂਦੇ ਆ। ਹਾਂਜੀ ਹਾਂਜੀ, ਬਾਹਰ ਲਿਖ ਕੇ ਲਾ ਦਿੰਦੇ ਆ ਜੀ, ਤੁਸੀਂ ਇੱਥੇ ਆ ਨਹੀਂ ਸਕਦੇ, ਉਹ ਨਹੀਂ ਕਰ ਸਕਦੇ, ਆਪਣੀ ਪ੍ਰਾਪਰਟੀ 'ਚ ਵੀ ਬੰਦਾ ਜਾ ਨਹੀਂ ਸਕਦਾ। ਹਾਂ, ਫਿਰ ਮੈਨੂੰ ਤਾਂ ਲੱਗਦਾ ਆਉਣ ਵਾਲੇ ਦਿਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਨਾ ਜੂ ਸਰਕੀ। ਮੈਂ ਕੱਲ ਵੀ ਗੱਲ ਕੀਤੀ ਸੀ, ਮੈਂ MPP ਦਾ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੇ ਲੋਕਾਂ ਦੀ ਕੰਪਲੇਂਟਾਂ ਆਉਂਦੀਆਂ, ਉਹ ਭਾਰੀ ਸਾਨੂੰ ਵੀ ਕਾਲ ਆਈ ਸੀ, ਮੈਂ ਤਾਂ ਸੁਸਾਈਡ ਕਰਨ ਨੂੰ ਤਿਆਰ ਹਾਂ, ਤੇ ਸੁਸਾਈਡ ਕਰੂਗਾ ਉਦੋਂ ਤੁਸੀਂ ਲਕੀਰ ਨੂੰ ਪਿੱਟਣਾ। ਹਾਂਜੀ ਹਾਂਜੀ। ਤੇ ਮਸਲਾ ਇਹ ਆ ਭਾਈ, ਜੇ ਲੋਕਾਂ ਨੇ ਹੁਣ ਆਪ 2 ਥੱਪੜ ਲਾਉਣੇ ਸ਼ੁਰੂ ਕਰ ਦਿੱਤੇ, ਫੇਰ ਕਹਿਣਾ ਕਾਨੂੰਨ ਹੱਥਾਂ 'ਚ ਲੈਂਦੇ ਆ। ਹਾਂਜੀ ਹਾਂਜੀ। ਬਾਕੀ ਉਹ ਕੇਜਰੀਵਾਲ ਨੇ ਤਾਂ ਇਸ ਹਿਸਾਬ ਨਾਲ ਕਿਹਾ ਸੀ ਵੀ ਚਲੋ ਅਸੀਂ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ, ਜਾਣੀ ਕਿ ਜਿਹੜੀਆਂ ਇੱਥੋਂ ਕਾਰਖਾਨੇ ਜਾਂ ਫੈਕਟਰੀਆਂ ਬਾਹਰ ਗਈਆਂ ਲਿਆਵਾਂਗੇ, ਤੇ ਬਿਜਲੀ ਦਾ ਵੀ ਇੱਥੇ 24 ਘੰਟੇ ਕਰਾਂਗੇ, ਉਹ ਕਰਾਂਗੇ, ਤੇ ਫਿਰ ਇੱਥੇ ਕੰਮ ਚੱਲੂਗੇ। ਵੀ ਜਿਹਨੇ ਚਲੋ ਜਿਹੜੇ ਹੁਣ ਵਿਦੇਸ਼ਾਂ ਨੂੰ ਜਾਂਦੇ ਆ, ਵੀ ਜਿਹਨੇ ਪਿੱਛੇ ਮੁੜਨਾ ਹੋਊਗਾ ਆ ਕੇ ਇੱਥੇ ਕੰਮ ਕਰਨਾ ਕਰ ਸਕਦੇ, ਜਾਣੀ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਉਹ ਇਹ ਨਹੀਂ ਕਿ ਅਸੀਂ ਪੈਸੇ ਲਾ ਕੇ ਬਾਹਰ ਨੂੰ ਮੋੜ ਇੱਥੇ ਲਿਆਉਂਗਾ ਤੇ ਫਿਰ ਇੱਥੇ ਗਲੀਆਂ 'ਚ ਘੁੰਮੂਗੇ। ਮਿਸਾਲ ਦਿੱਤੀ ਸੀ ਵੀ ਅਸੀਂ ਪੈਦਾ ਕਰਾਂਗੇ, ਵੀ ਜਿਹਨ ਜਾਣਾ ਬਾਹਰ ਜਾ ਸਕਦਾ ਜੇ ਆਪਣੀ ਮਰਜ਼ੀ ਨਾਲ, ਤੇ ਜਿਹਨੂੰ ਇੱਥੋਂ ਆਉਣਾ ਮੁੜ ਕੇ ਇੱਥੇ ਆ ਕੇ ਤਾਂ ਜੇ ਕੋਈ ਕੰਮ ਕਰਨ ਤਾਂ ਕਰ ਸਕਦਾ ਹੈ। ਜਾਣੀ ਕਿ ਅਸੀਂ ਏਦਾਂ ਦੇ ਪੈਦਾ ਕਰਾਂਗੇ, ਇਹ ਨਹੀਂ ਕਿ ਅਸੀਂ ਵਾਪਸ ਹੀ ਲੈ ਕੇ ਆਵਾਂਗੇ, ਧੱਕੇ ਨਾਲ ਲਿਆਵਾਂਗੇ ਵੀ ਅਸੀਂ। ਜੀ ਮਿਹਰਬਾਨੀ ਜਨਾਬ, ਥੈਂਕ ਯੂ ਜੀ। ਜਾਣਾ ਵੀ ਕਿੱਥੇ ਹੁਣ ਤੁਸੀਂ ਵਾਪਸ? ਭਾਈ ਸਾਹਿਬ ਠੰਡ ਲੱਗਦੀ ਹੈ ਬਈ, ਹੀਟ ਅੰਦਰੋਂ ਆਨ ਕਰ ਲਓ ਮਾੜੀ ਜੀ, ਕੰਬਲ ਲੈਣ ਦੀ ਲੋੜ ਨਹੀਂ, ਕੰਬਲ ਲਾ ਕੇ ਸੌਂਦੇ ਨੇ ਤੁਸੀਂ। ਸਰਦੀ ਹੋਵੇ ਤੇ ਹੀਟ ਹੋਵੇ ਤੇ AC ਛੱਡ ਕੇ ਉੱਥੇ ਫਿਰ ਆ ਗਈ ਓਏ 6 ਮਹੀਨੇ ਜਾ ਕੇ ਵੇਖੋ, ਭੱਜਦੇ ਨੇ ਇੱਧਰ ਨੂੰ। ਚੰਦਰ ਸ਼ੇਖਰ ਰਾਵਣ ਸਬੀਰਪੁਰ ਪਿੰਡ ਤੋਂ UP ਦੇ ਗੋਰਖਪੁਰ ਤੱਕ। ਆਓ ਇਸ ਯੋਧੇ ਦੀ ਵੀ ਗੱਲ ਕਰ ਲਈਏ। ਇਹ ਵੀ ਧਰਾਤਲ ਤੋਂ ਉੱਠਿਆ ਬੰਦਾ, ਦਾ ਗ੍ਰੇਟ ਚਮਾਰ। ਕਹਾਣੀ ਹੈ ਦਰਦਨਾਕ। UP ਚੋਣ ਲੜ ਰਿਹਾ ਨੌਜਵਾਨ ਜੋਗੀ ਦੇ ਖਿਲਾਫ। ਰਾਸ਼ਟਰੀ ਮੀਡੀਆ ਨੇ ਖੋਜ ਕਰਕੇ ਇਹਦੀ ਕਹਾਣੀ ਪੂਰੀ ਕੀਤੀ ਹੈ। ਆਪਾਂ 2 ਮਿੰਟ ਇੱਥੇ ਲਾ ਲਈਏ ਕਿਉਂਕਿ ਲਾਈਨਾਂ ਸਾਰੀਆਂ ਫਲੈਸ਼ ਹੋ ਰਹੀਆਂ ਸੀ। ਇੱਕ ਕਾਲ ਲਾਸਟ ਲੈ ਲੈਣੇ, ਕਾਫੀ ਚਿਰ ਦੀ ਫਲੈਸ਼ ਹੋ ਰਹੀ ਹੈ, ਫਿਰ ਵਾਈਂਡ ਅਪ ਕਰਦੇ। ਵੈਲਕਮ ਜੀ। ਹੈਲੋ, ਚਲੋ। ਹੈਲੋ ਬੇਟਾ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੁੱਤਰਾ, ਸਹੀ ਗੱਲਾਂ ਕਰਦੇ ਆ ਤੁਸੀਂ। ਜਿਹੜਾ ਸਹੀ ਗੱਲਾਂ ਕਰਦਾ ਹੋਵੇ, ਕਈ ਵਾਰੀ ਲੋਕਾਂ 'ਚ ਉਹਨੂੰ ਚੰਗਾ ਨਹੀਂ ਸਮਝਦੇ। ਕੋਈ ਗੱਲ ਨਹੀਂ, 25 ਸਾਲ ਲੰਘੇ ਬਾਪੂ। ਮੈਨੂੰ ਤਾਂ 29 ਅਪ੍ਰੈਲ ਦਾ ਇੰਤਜ਼ਾਰ ਆ। 29 ਅਪ੍ਰੈਲ ਤੋਂ ਬਾਅਦ 56 ਇੰਚ ਦਾ ਸੀਨਾ ਚੌੜਾ ਕਰਕੇ ਵੀ ਪੂਰੀ ਕਰ ਲਈ। ਬਹੁਤ ਬੇਟਾ ਚੰਗੀ ਗੱਲ ਕਰਦਾ। ਜਿਹੜੇ ਕਿਰਾਏ ਦੀ ਗੱਲ ਹੈਗੀ ਆ ਜੀ, ਕਾਨੂੰਨ ਪਹਿਲਾਂ ਵੀ ਹੈਗਾ, ਮੈਂ ਆਪ ਲੜਿਆ। ਇੱਕ ਉਹ ਮਹਿਕਮਾ ਹੈਗਾ, ਉੱਥੇ ਮੈਨੂੰ ਹੁਣ ਚੇਤਾ ਭੁੱਲ ਗਿਆ ਉਹਦਾ। ਉੱਥੇ ਜਾ ਕੇ ਦਰਖਾਸਤ ਦਿਓ, ਦਰਖਾਸਤ ਦੇ ਕੇ
ਉਹਨਾਂ ਨਾਲ ਕੇਸ ਲੜੋ, ਜੱਜ ਫੈਸਲਾ ਕਰਨ ਦਾ ਹੱਕ ਦਿੰਦਾ। ਨਹੀਂ ਉਹ ਬਾਪੂ ਜੀ ਉਹੀ ਤਾਂ ਰੋਣਾ ਆ। ਲੋਕ ਇਹ ਕਹਿੰਦੇ 6-6 ਮਹੀਨੇ ਉਹ ਵੀ ਘਰਾਂ 'ਚ ਕੰਮ ਕਰਦੇ ਆ, ਕੱਛੇ ਪਾ ਕੇ ਬੈਠੇ, ਕੰਮ ਹੀ ਨਹੀਂ ਕਰਦੇ ਉਹ। ਮੈਂ 6 ਮਹੀਨੇ ਦਾ ਕਿਰਾਇਆ ਇਕੱਠਾ ਲਿਆ ਸੀ। ਹਾਂ ਦਿੰਦੇ ਨੇ, ਪਰ ਉਹ ਜਿਹੜੀ ਜੌਬ ਕਰਦਾ ਹੋਈ ਤੁਸੀਂ ਉਹਦੇ ਮਗਰ ਜਾ ਸਕਦੇ ਆ। ਜਿਹੜੇ ਮਤਲਬ ਵੜ ਗਏ ਇੱਕ ਵਾਰੀ ਬੀਬੇ ਬਾਣੇ ਬਣ ਕੇ, ਉਹਨਾਂ ਦੇ ਕਿੱਥੇ ਤੁਸੀਂ ਮਤਲਬ। ਬੇਟਾ ਤੇਰੀਆਂ ਸੱਚੀਆਂ ਗੱਲਾਂ। ਮਿਹਰਬਾਨੀ। ਇੱਕ ਮਿੰਟ ਹੋਰ ਕਰਦਾ, ਜਿਹੜਾ ਹੈ ਨਾ ਬੰਦਾ ਸੱਚਾ ਹੋਵੇ, ਉਹ ਜਿੱਦਾਂ ਨਵਜੋਤ ਸਿੱਧੂ ਆ, ਉਹਨੂੰ ਕਹਿੰਦੇ ਬੜਾ ਕੌੜਾ ਬੋਲਦਾ। ਜਿਹੜਾ ਸੱਚਾ ਬੰਦਾ ਹੁੰਦਾ ਕੌੜਾ ਹੀ ਬੋਲਦਾ ਹੁੰਦਾ। ਇਹ ਮਿੱਟੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਮਿੱਠੀਆਂ ਗੱਲਾਂ, ਸਹੀ ਗੱਲ। ਥੈਂਕ ਯੂ ਜੀ, ਥੈਂਕ ਯੂ। ਮਿੱਟੀਆਂ ਨੇ ਪੰਜਾਬ ਨੂੰ ਲੁੱਟ ਖਾ ਲਿਆ ਪੁੱਤਰਾ। ਮਿਹਰਬਾਨੀ ਅੰਕਲ, ਥੈਂਕ ਯੂ। ਚਲੋ ਰੱਬ ਭਲੀ ਕਰੇ। ਹਾਂਜੀ ਇੱਥੇ ਹੀ ਛੱਡ ਜਾਣਾ ਉਹਨਾਂ ਨੇ, ਵੇਖ ਲਿਓ ਜੀ। ਚੰਦਰ ਸ਼ੇਖਰ ਵਾਲੀ ਕਹਾਣੀ ਬੜੀ ਇੰਟਰਸਟਿੰਗ ਹੈ ਜਾਵਲਾ ਸਾਹਿਬ। ਜੀ ਜੀ, ਆਪਾਂ ਜੀ ਕੱਲ ਗੱਲ ਕਰ ਲਾਂਗੇ। ਅਸਲ 'ਚ ਨਾ ਤੁਸੀਂ ਕਹਿੰਦੇ ਸੱਚ ਦੇ ਨਾਲ ਜਿਹੜੀ ਆਪਣਾ ਖੜਨ ਵਾਲੇ ਬੰਦੇ ਨੂੰ ਦਿੱਕਤਾਂ ਆਉਂਦੀਆਂ। ਸੱਚ ਆਖੀਏ ਭੰਬਲ ਮੱਚਦਾ ਹੈ ਤੇ ਝੂਠ ਆਖੀਏ ਤਾਂ ਕੁਝ ਬਚਦਾ ਹੈ। ਰੁਕ ਰੁਕ ਜੀਭਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਇੱਕ ਨਾ ਸੁਖਬੀਰ ਬਾਦਲ ਤੇ ਚੰਦੂਮਾਜਰਾ ਖੜਾ ਹੈਗਾ ਘਨੌਰ ਹਲਕੇ ਤੋਂ, ਤੇ ਨਾਲ ਉਹਦਾ ਪੁੱਤ ਖੜਾ ਸਨੌਰ ਹਲਕੇ ਤੋਂ, ਦੋਵੇਂ ਬਰਾਬਰ ਹਲਕੇ ਨੇ। ਤੇ ਘਨੌਰ ਹਲਕੇ ਤੇ ਦਾਅਵੇਦਾਰ ਤੇ ਪੁਰਾਣੇ ਸਮੇਂ ਤੋਂ ਲੜਦੇ ਆਏ ਟਕਸਾਲੀ ਅਕਾਲੀ ਹੈਗੇ ਨੇ, ਉਹ ਹੈਗਾ ਜੈਪ ਸਿੰਘ। ਉਹਦੀ ਘਰ ਵਾਲੀ ਲੜਦੀ ਆ ਚੋਣ ਤੇ ਹਰਪ੍ਰੀਤ ਕੌਰ। ਉਹ ਹਰਪ੍ਰੀਤ ਕੌਰ ਗੁੱਸੇ ਹੋ ਗਈ। ਗੁੱਸੇ ਹੋਣ ਤੋਂ ਬਾਅਦ ਉਹਨੇ ਕੀ ਕੀਤਾ ਕਿ ਉਹਨੇ ਐਲਾਨ ਕਰਤਾ ਵੀ ਮੈਂ ਚੰਦੂਮਾਜਰਾ ਦੀ ਮਦਦ ਵੀ ਕਰਾਂਗੀ। ਚੰਦੂਮਾਜਰਾ ਕਿਸੇ ਤਰੀਕੇ ਨਾਲ ਚਾਹੁੰਦਾ ਸੀ ਕਿ ਉਹਦੇ ਘਰ ਵਿੱਚ ਜਾ ਕੇ ਨਾ, ਉਹਦੇ ਘਰ 'ਚ ਬਹਿ ਕੇ ਉਹਦੇ ਨਾਲ ਸੁਲਾਹ ਕਰ ਲਈ ਜਾਵੇ। ਫਿਰ ਸੁਖਬੀਰ ਆ ਗਿਆ। ਉਧਰ ਕੀ ਹੋਇਆ ਕਿ ਵੀ ਹਰਪ੍ਰੀਤ ਕੌਰ ਦਾ ਦਿਓਰ ਸੀਗਾ, ਉਹ ਮਰ ਗਿਆ। ਤੇ ਉਹ ਦਿਓਰ ਤੇ ਹੁਣ ਬੜਾ ਵਧੀਆ ਟਾਈਮ ਲੱਗਿਆ ਚੰਦੂਮਾਜਰਾ ਨੂੰ। ਉਹਨੇ ਕੀਤਾ ਫੋਨ ਉਹਦੇ ਘਰੇ ਪੀਏ ਨੂੰ ਕਿ ਸੁਖਬੀਰ ਬਾਦਲ ਤੁਹਾਡੇ ਘਰੇ ਚਾਹ ਪੀਣਾ ਚਾਹੁੰਦੇ ਆ। ਉਹ ਕਹਿੰਦੇ ਭਾਈ ਸਾਡੇ ਤਾਂ ਮੌਤ ਹੋਈ ਆ ਵੱਡੀ ਸਾਰੀ, ਅਸੀਂ ਤੁਹਾਡੇ ਚਾਹ ਦਾ ਇੰਤਜ਼ਾਮ ਕਿਵੇਂ ਕਰ ਸਕਦੇ ਹਾਂ ਵੀ ਅਸੀਂ ਨਹੀਂ, ਤੁਸੀਂ ਇੱਧਰ ਹੀ ਆ ਜਾਓ ਹੁਣ, ਤੇ ਅਸੀਂ ਸਾਡੇ ਮੌਤ ਹੋਈ ਹੈ। ਉਹ ਫਿਰ ਵੀ ਚੰਦੂਮਾਜਰਾ ਲੈ ਕੇ ਸੁਖਬੀਰ ਨੂੰ ਉਹਦੇ ਘਰੇ ਪਹੁੰਚ ਗਿਆ। ਜਦੋਂ ਘਰੇ ਪਹੁੰਚ ਗਿਆ ਜੀ, ਘਰੇ ਕੋਈ ਹੈ ਨਹੀਂ, ਨੌਕਰਾਨੇ ਨੇ ਵਾਪਸ ਕਰਤੇ ਤੇ ਬੇਰੰਗ ਪਰਤੇ। ਉੱਥੇ ਫੋਟੋਆਂ ਖਿੱਚੀਆਂ ਕੈਮਰੇ ਵਾਲਿਆਂ ਨੇ, ਉਹ ਫੋਟੋਆਂ ਖਿੱਚੀਆਂ ਤੇ ਆਪਾਂ ਨੂੰ ਲਾਤੀ ਖਬਰ ਲੱਗ ਗਈ ਤੇ ਕਿਹਾ ਵੀ ਸੁਖਬੀਰ ਬਾਦਲ ਤੇ ਚੰਦੂਮਾਜਰਾ ਅਜੈਬ ਦੇ ਘਰੋਂ ਬੇਰੰਗ ਪਰਤੇ। ਖਬਰ ਸੱਚੀ ਆ, ਸਾਰਾ ਕੁਝ ਪ੍ਰੂਫ ਨੇ। ਤੇ ਉਹ ਖਬਰ ਦਾ ਤੁਹਾਨੂੰ ਸੱਚ ਆਖੀਏ ਤਾਂ ਭਾਵੇਂ ਮੱਚ ਗਿਆ ਪਟਿਆਲੇ ਵਿੱਚ, ਮੀਡੀਆ ਵਿੱਚ ਮੱਚ ਗਿਆ ਭਾਂਬੜ। ਤੇ ਚੰਦੂਮਾਜਰਾ ਸਾਹਿਬ ਨੇ ਤੁਹਾਡੇ ਗੁਰਨਾਮ ਸਿੰਘ ਅਕੀਜ਼ਾ ਵੀਰ ਨੂੰ 10 ਕਰੋੜ ਦਾ ਨੋਟਿਸ ਭੇਜਿਆ। ਇਹ 10 ਕਰੋੜ ਤੁਹਾਨੂੰ ਮਾਵੇ ਦੇਣਾ ਪੈਣਾ। ਤੁਸੀਂ ਇਹ ਹੁਣ ਭੇਜਿਆ ਕਿ ਪਹਿਲਾਂ ਦਾ? ਹੁਣੇ ਜੀ, ਹੁਣੇ ਮਰ ਕੇ ਨੋਟਿਸ ਆ ਗਿਆ, ਜਵਾਬ ਵੀ ਦੇਤਾ ਉਹਨੂੰ। ਤੇ ਤੂੰ ਆਇਆ ਵੀ ਤੇਰੇ ਖਿਲਾਫ ਅਸੀਂ ਕੇਸ ਵੀ ਕਰਾਂਗੇ। ਫਿਰ ਹੁਣ ਤੂੰ ਸਾਨੂੰ ਨੋਟਿਸ ਭੇਜ ਰਿਹਾ, ਝੂਠਾ ਕੇਸ, ਤੂੰ ਸਾਨੂੰ ਝੂਠੇ ਨੋਟਿਸ ਭੇਜ ਰਿਹਾ, ਡਰਾ ਰਿਹਾ। ਤੇ ਉਹ ਗੱਲ ਇਹ ਹੋਈ ਜਿਹੜੀ ਬੀਬੀ ਹਰਪ੍ਰੀਤ ਕੌਰ, ਉਹ ਕਮਾਲ ਬੀਬੀ, ਉਹਨੇ ਕਿਹਾ, ਮੈਂ ਦੱਸਿਆ ਜਦੋਂ ਉਹਨੂੰ ਵੀ ਬੀਬੀ ਐਂ ਕਰਕੇ ਵੀ ਤੈਨੂੰ ਮੈਂ ਨੋਟਿਸ ਭੇਜਿਆ, ਕਹਿੰਦੀ ਚੰਦੂ ਕਹਿੰਦੇ ਉਹਨੂੰ। ਉਹ ਫਿਰ ਚੰਦੂ ਨੇ ਭੇਜਿਆ। ਹਾਂ ਅਖੇ ਫਿਰ ਆਓ ਮੇਰੇ ਕੋਲ, ਤੁਸੀਂ ਆ ਗਿਆ ਤੇ ਉਹਨੇ ਲਿਖ ਕੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਕਿ ਜਾ ਜੋ ਤੁਸੀਂ ਖਬਰ ਲਾਈ ਆ ਉਹ ਸਾਰਾ ਕੁਛ ਮੈਂ ਕਿਹਾ। ਉਹਨੇ ਲਿਖ ਕੇ ਖੇਡ ਦਿੱਤਾ ਵੀ ਚਲੋ ਤੁਸੀਂ ਭੇਜੋ। ਤੇ ਆ ਵੀ ਕੁਛ ਲੀਡਰ ਖੜੇ ਵੀ ਨਾਲ ਖੜੇ ਜਾਂਦੇ ਆ। ਤੇ ਮੈਨੂੰ ਮੈਂ ਕਿਹਾ ਪੰਜਾਬ ਦੀਆਂ ਚੋਣਾਂ। ਅੱਛਾ ਮੈਨੂੰ ਇਹ ਸਮਝ ਨਹੀਂ ਆਪਣੇ ਕੀਦਾ ਸਾਹਿਬ, ਬੜਾ ਥੋੜਾ ਸਮਾਂ ਮੈਂ 2-3 ਕੁਐਸਚਨ ਕਰਨੇ ਸੀ। ਇੱਕ ਤਾਂ ਬਈ ਸਾਰੀ ਉਮਰ ਪਾਰਟੀ ਲਈ ਜੁੱਤੀਆਂ ਖਾਂਦੇ ਰਹੋ, ਤੱਪੜ ਝਾੜਦੇ ਰਹੋ, ਵਗੈਰਾ ਵਗੈਰਾ ਵਗੈਰਾ, ਬੇਇੱਜ਼ਤੀਆਂ ਕਰਾਉਂਦੇ ਰਹੋ। ਪਰ ਜਦੋਂ ਲੀਡਰ ਦੇ ਘਰ ਪੁੱਤ ਜੰਮਦਾ ਤੇ ਜੰਮਦਾ ਹੀ ਲੀਡਰ। ਹਾਂਜੀ, ਲੀਡਰ ਦੇ ਨਾਲ ਕੋਈ ਵਿਆਹ ਕਰਾ ਲੈਂਦਾ ਤੇ ਉਹ ਲਾਵਾ ਫੇਰੇ ਤੋਂ ਬਾਅਦ ਲੀਡਰ। ਹਾਂਜੀ, ਹੁਣ ਮਜੀਠੀਆ ਦੀ ਪਤਨੀ ਗੁਰਨੀਵ ਕੌਰ ਵੇਖ ਲਓ, ਵਿਆਹ ਤੋਂ ਬਾਅਦ ਕਹਿੰਦੀ ਕਿ ਮੈਨੂੰ ਬੜੀ ਹੈਰਾਨਗੀ ਹੋਈ ਕਿ ਸਰਦਾਰ ਜੀ ਕਹਿੰਦੇ ਚੋਣ ਲੜਨੀ ਆ। ਹਾਂਜੀ, ਮਜੀਠੀਆ ਦੀ ਪਤਨੀ ਦਾ ਬਿਆਨ ਹੈ, ਗੁਰਨੀਵ ਕੌਰ ਨੇ ਕਿਹਾ ਕਿ ਉਸਨੇ ਕਦੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਵੋਟ ਨਹੀਂ ਪਾਈ। ਹੁਣ ਮੇਰੇ ਚੋਣ ਲੜਨ ਤੇ ਮੇਰੇ ਬੱਚੇ ਗੁੱਸੇ। ਮਤਲਬ ਮਸਲਾ ਵੇਖੋ, ਬੀਬੀ ਦਾ ਬਿਆਨ ਆ। ਹੁਣ ਇਹ ਤੇ ਕੇਸ ਕਿੰਨੇ ਕਰਨਾ? ਠੋਕੀ ਚਲੋ ਜੀ ਤਾੜੀ, ਨੋ ਪ੍ਰੋਬਲਮ, ਹਨਾ। ਮਤਲਬ ਹੋ ਸਕਦਾ ਕਿ ਬੀਬੀ ਵਿਆਹ ਤੋਂ ਪਹਿਲਾਂ ਜਾਂ ਉੱਥੇ ਨਾ ਹੋਵੇ, ਉਸ ਵੇਲੇ ਨਾ ਹੋਵੇ, ਉਹਦੀ ਵੋਟ ਉਸ ਵੇਲੇ ਵੋਟਾਂ ਵੇਲੇ ਨਾ ਹੋਵੇ, ਉਹਨੇ ਗੱਲ ਸੱਚ ਬੋਲ ਦਿੱਤੀ, ਹਨਾ, ਗੱਲ ਸੱਚ ਬੋਲ ਦਿੱਤੀ ਉਹਨੇ। ਅੱਛਾ ਕੁਝ ਸਵਾਲ ਮੇਰੇ ਖਿਆਲ ਕਾਲਰ ਨੇ, ਸਮਾਂ ਸਾਡੇ ਕੋਲ ਹੈ ਨਹੀਂ, ਪਰ ਹਾਂਜੀ ਹਾਂਜੀ ਵੈਲਕਮ ਜੀ। ਥੈਂਕ ਯੂ ਚਾਵਲਾ। ਇਸ ਤਰ੍ਹਾਂ ਦਾ ਟਾਈਮ ਤਾਂ ਹੋ ਗਿਆ ਨੇ, ਮੈਂ ਆਪ $50,000 ਲੂਜ਼ ਕੀਤਾ ਜੀ। ਮੇਰਾ ਘਰ ਮੈਂ ਰੀਅਲਟਰ ਨੂੰ ਦੇ ਕੇ ਆਇਆ ਜੀ, ਇੱਥੇ ਦੀ ਬੋਰਨ ਕੈਨੇਡੀਅਨ। 3 ਮਹੀਨੇ ਉਹਨੇ ਲਾਤੇ, ਉਹਨੇ ਕ੍ਰਿਮੀਨਲ ਬੰਦੇ ਵਾੜੇ, ਔਰ 6 ਮਹੀਨੇ 7 ਮਹੀਨੇ ਉਹਨੇ ਮੇਰਾ ਘਰ ਡੈਮੇਜ ਕੀਤਾ, ਕਿਰਾਏ ਦਿੱਤਾ, ਸਬ ਲੀਜ਼ ਕਰਕੇ ਉਹਨਾਂ ਨੇ ਕਮਾ ਕੇ $15-20,000 ਮੈਂ ਆਪ ਜਾ ਕੇ ਕੇਸ ਲੜ ਕੇ ਲੈਂਡ ਟੈਂਡਰ ਬੋਰਡ ਦੇ ਵਿੱਚ ਜਾ ਕੇ ਮੈਂ ਜਾਨ ਛੁਡਾਈ। ਔਰ ਉਹਨੇ ਕਿਸੇ ਪਿਛਲੇ
ਲੈਂਡਲॉर्ड ਸੀ ਉਹਦੇ ਤੋਂ ਪੈਸੇ ਲੈ ਕੇ ਮੇਰੇ ਗੱਲ ਕ੍ਰਿਮੀਨਲ ਬੰਦੇ ਵਾੜਦੇ ਜੀ। ਮੈਂ ਉਹਨੂੰ ਰਿਟਨ ਐਗਰੀਮੈਂਟ ਸਾਰਾ ਕੁਝ ਹੋਇਆ ਜੀ। ਮੈਂ ਛੋਟਾ ਜਿਹਾ ਬੰਦਾ ਸੀ, ਮੈਂ ਮਸਾ ਜਾਂਚ ਹੋਈ, ਪਤਾ ਨਹੀਂ ਕਿੱਦਾਂ ਮੈਂ ਮਿਹਰਬਾਨੀ ਜਨਾਬ। ਇੱਕ ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤੇ ਆਇਆ। ਬੜੇ ਕੇਸ ਨੇ, ਸਰਕਾਰ ਨੂੰ ਇਹ ਸੋਚਣਾ ਤੇ ਵਿਚਾਰਨਾ ਚਾਹੀਦਾ ਇੱਧਰਲੇ ਪਾਸੇ ਕਿ ਇਹ ਜਿਹੜੇ ਲੋਕ ਨੇ ਕੋਈ ਗੁਨਾਹਗਾਰ ਨਹੀਂ ਕਿ ਕਿਰਾਏ ਤੇ ਰੱਖ ਲਿਆ ਬੰਦਾ, ਕਿਤੇ ਰਹਿਣ ਬਸੇਰਾ ਦਿੱਤਾ। ਚੰਗੇ ਵੀ ਨੇ ਜਿਹੜੇ ਟਾਈਮ ਨਾਲ ਪੇ ਕਰਦੇ ਨੇ। ਅੱਛਾ, ਸਮਾਂ ਤਾਂ ਹੋ ਗਿਆ, ਚਲੋ ਸ਼ਾਮ ਨੂੰ ਮਿਲਦੇ ਹਾਂ, ਵਿਚਾਰਾ ਚਰਚਾ ਕਰਾਂਗੇ ਫਿਰ। ਅਮਰਿੰਦਰ ਨੇ ਕਿਹਾ ਕੇਜਰੀਵਾਲ ਕਨਫਿਊਜ਼ ਆਦਮੀ ਹੈ, ਚੰਨੀ ਬੇਅਕਲ ਹੈ, ਬਸ ਇਹੀ ਚੀਜ਼ ਰਹਿ ਗਈ ਇਹਨਾਂ ਦੇ ਕੋਲ। ਹਾਂਜੀ, ਮੁੱਦਾ ਕੋਈ ਹੈ ਨਹੀਂ, ਮੁੱਦਾ ਕੋਈ ਹੈ ਨਹੀਂ, ਹੈ ਨਾ। ਚਲੋ ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਕੁਝ ਗੱਲਾਂ ਰਹਿ ਗਈਆਂ ਨੇ, ਰਾਤ ਨੂੰ ਕਰਾਂਗੇ। ਥੈਂਕ ਯੂ। ਕੋਈ ਗੱਲ ਡਾਕਟਰ ਸਾਹਿਬ, ਬੜੀ ਵਧੀਆ। ਅਸਲ ਵਿੱਚ ਕੰਦਰ ਸਿੱਖ ਦੀ ਗੱਲ ਤਾਂ ਚੜਤੀ ਆ, ਇਹ ਕਾਫੀ ਇੰਟਰਸਟਿੰਗ ਕਹਾਣੀ ਹੈ ਡਾਕਟਰ ਸਾਹਿਬ। ਕੋਈ ਨਹੀਂ, ਰਾਤ ਨੂੰ ਕਰਦੇ ਆਪਾਂ, ਰਾਤ ਨੂੰ ਕਰਦੇ। ਥੈਂਕ ਯੂ, ਬਿਲਕੁਲ। ਸਤਿ ਸ਼੍ਰੀ ਅਕਾਲ। ਓਕੇ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।